मनुख की कीमत कुछ नहीं आ, लेकिन खुदा की नज़रां विच एक मसीह बंदे की कीमत बहुत ज़्यादा है। प्रभु यीशु मसीह बहुत खुश हुंदा जो कोई पापी मनुख जीवन विच प्रवेश करदा, तौबा करदा आ, ओदी खुशी का ठिकाना नहीं हुंदा। खुदा बंदे नाल खुश हुंदा है। इस करके सानू चाहिदा आ सेवक भी गंभीर होवे तो तां करके ओदी कलीसिया भी गंभीर होवे। दानियल कटांगे, दानियल 5 दे ਹੁਣ देखो दानियल 5 ਦੇ ਵਿੱਚ ਕੀ ਲਿਖਿਆ ਆ, ਕਹਿੰਦਾ ਕੰਧ ਉੱਤੇ ਅਗੰਮ ਲਿਖਤ, ਕੰਧ ਉੱਤੇ ਅਗੰਮ ਲਿਖਤ ਬੇਲਸ਼ੱਸ਼ਰ ਰਾਜਾ ਨੇ ਆਪਣੇ 1000 ਪ੍ਰਧਾਨਾਂ ਦੀ ਵੱਡੀ ਦੌਲਤ ਕੀਤੀ। ਹੁਣ ਦੇਖੋ ਜਿਹੜਾ ਬੇਲਸ਼ੱਸ਼ਰ ਰਾਜਾ ਸੀਗਾ ਇਹ ਕੌਣ ਸੀਗਾ? ਬੇਲਸ਼ੱਸ਼ਰ ਰਾਜਾ ਨੇ ਕੀ ਕੀਤਾ, ਇਹਨੇ 1000 ਲੋਕਾਂ ਨੂੰ ਜਿਹੜੇ ਇਹਦੇ ਦਰਬਾਰੀ ਸੀਗੇ ਸੈਨਾਪਤੀ ਸੀ ਉਹਨਾਂ ਨੂੰ ਕੀ ਕੀਤਾ, ਆਪਣੇ ਚਰਚ ਵਿੱਚ ਇਹਨਾਂ ਨੂੰ ਕੀ ਕੀਤਾ, ਆਪਣੇ ਦਰਬਾਰ ਵਿੱਚ ਬੁਲਾਇਆ। ਜਦੋਂ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਇਹਨਾਂ ਲੋਕਾਂ ਨੇ ਕੀ ਕੀਤਾ, ਸ਼ਰਾਬ ਪੀਣੀ ਸ਼ੁਰੂ ਕਰਤੀ। ਰਾਜੇ ਨੇ ਵੀ ਸ਼ਰਾਬ ਪੀਤੀ। ਇਹ ਬੇਲਸ਼ੱਸ਼ਰ ਕੌਣ ਸੀਗਾ? ਇਹ ਨਬੂਕਦਨਸਰ ਦਾ ਬੇਟਾ ਸੀਗਾ। ਨਬੂਕਦਨਸਰ ਦਾ ਬੇਟਾ ਸੀ ਜਿਹਨੇ ਸ਼ਰਦਕ ਮੇਸ਼ਕ ਅਬਦਨਗੋ ਨੂੰ ਅੱਗ ਦੀ ਭੱਠੀ ਵਿੱਚ ਸਿੱਟਿਆ ਸੀਗਾ ਤੇ ਉਹਨੂੰ ਸਜ਼ਾ ਵੀ ਮਿਲੀ ਬਾਅਦ ਕਿਉਂਕਿ ਉਹ ਘਮੰਡੀ ਹੋ ਗਿਆ ਸੀਗਾ। ਇਸੇ ਤਰ੍ਹਾਂ ਜਿਹੜਾ ਇਹਦਾ ਬੇਟਾ ਸੀ ਇਹ ਵੀ ਘਮੰਡੀ ਹੋ ਗਿਆ। ਇਹਨੇ ਕੀ ਕੀਤਾ, ਜਦੋਂ ਉਹਨੂੰ ਬਹੁਤ ਸ਼ਾਨੋ ਸ਼ੌਕਤ ਮਿਲ ਗਈ, ਪੈਸਾ ਆ ਗਿਆ, ਇਹ ਓਵਰ ਹੋ ਗਿਆ, ਕਹਿੰਦਾ ਮੇਰੇ ਤੋਂ ਵਧੀਆ ਇਨਸਾਨ ਕੋਈ ਨਹੀਂ। ਇਹਨੇ ਕੀ ਕੀਤਾ, ਪਰਮੇਸ਼ਵਰ ਦੇ ਪਵਿੱਤਰ ਭਾਂਡਿਆਂ ਵਿੱਚ ਸ਼ਰਾਬ ਪੀਤੀ। ਹੁਣ ਦੇਖੋ ਅਸੀਂ ਬਚਨ ਚ ਪੜ੍ਹਦੇ ਹਾਂ, ਬੇਲਸ਼ੱਸ਼ਰ ਰਾਜਾ ਨੇ ਆਪਣੇ 1000 ਪ੍ਰਧਾਨਾਂ ਦੀ ਵੱਡੀ ਦੌਲਤ ਕੀਤੀ ਅਤੇ ਉਸ 1000 ਦੇ ਸਾਹਮਣੇ ਨਸ਼ਾ ਪੀਤਾ। ਬੇਲਸ਼ੱਸ਼ਰ ਰਾਜਾ ਨੇ ਨਸ਼ਾ ਚੱਕਦੇ ਹੋਏ ਆਗਿਆ ਦਿੱਤੀ ਕਿ ਸੋਨੇ ਅਤੇ ਚਾਂਦੀ ਦੇ ਭਾਂਡੇ ਜਿਹੜੇ ਯਰੂਸ਼ਲਮ, ਕਹਿੰਦਾ ਜਿਹੜੇ ਨਬੂਕਦਨਸਰ ਉਸਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ ਲਿਆਂਦੇ ਜਾਣ। ਕਹਿੰਦਾ ਜਿਹੜੇ ਭਾਂਡੇ ਸੀਗੇ ਚਰਚ ਦੇ ਜਿਨ੍ਹਾਂ ਨੂੰ ਮੇਰੇ ਪਿਤਾ ਨੇ ਨਬੂਕਦਨਸਰ ਨੇ ਉਸ ਯਰੂਸ਼ਲਮ ਚੋਂ ਲਿਆਂਦੇ, ਕਹਿੰਦਾ ਉਹਨਾਂ ਭਾਂਡਿਆਂ ਨੂੰ ਲੈ ਕੇ ਆਓ, ਕਹਿੰਦਾ ਮੈਂ ਉਹਨਾਂ ਵਿੱਚ ਸ਼ਰਾਬ ਪੀਣੀ ਹੈ। ਦੇਖੋ ਇਹਦੀ ਹਿੰਮਤ। ਇਹਨੇ ਕੀ ਕੀਤਾ, ਪਰਮੇਸ਼ਵਰ ਦੇ ਭਾਂਡਿਆਂ ਦਾ ਗਲਤ ਇਸਤੇਮਾਲ ਕੀਤਾ, ਲਿਆਂਦੇ ਤਾਂ ਜੋ ਰਾਜਾ ਉਸਦੇ ਪ੍ਰਧਾਨ ਅਤੇ ਉਸਦੀਆਂ ਰਾਣੀਆਂ ਤੇ ਉਸਦੀਆਂ ਰਖੇਲਾਂ ਉਹਨਾਂ ਵਿੱਚ ਨਸ਼ਾ ਪੀਣ। ਤਾਂ ਕੀ ਹੋਇਆ, ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ਰ ਦੇ ਭਵਨ ਦੀ ਹੈਕਲ ਵਿੱਚ ਜੋ ਯਰੂਸ਼ਲਮ ਵਿੱਚ ਕੱਢੇ ਗਏ ਸਨ ਲਿਆਂਦੇ ਅਤੇ ਰਾਜਾ ਨੇ ਉਸਦੇ ਪ੍ਰਧਾਨਾਂ, ਉਸਦੀਆਂ ਰਾਣੀਆਂ ਤੇ ਉਸਦੀਆਂ ਰਖੇਲਾਂ ਤੇ ਉਹਨਾਂ ਵਿੱਚੋਂ ਪੀਤਾ। ਕਹਿੰਦਾ ਜਿੰਨੇ ਵੀ ਸੀ ਉਹਨਾਂ ਨੇ ਪੀਤਾ। ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ, ਚਾਂਦੀ, ਪਿੱਤਲ, ਲੋਹੇ, ਕਾਠ ਅਤੇ ਪੱਥਰ ਦੇ ਦੇਵਤਿਆਂ ਦੀ ਵਡਿਆਈ ਕੀਤੀ। ਦੇਖੋ ਇਹ ਕੀ ਕਰ ਰਹੇ, ਪਰਮੇਸ਼ਵਰ ਦੇ ਭਾਂਡਿਆਂ ਵਿੱਚ ਕੀ ਕਰ ਰਹੇ ਆ, ਸ਼ਰਾਬ ਪੀ ਕੇ ਕੀ ਕਰ ਰਹੇ ਆ, ਇਹ ਮੂਰਤੀਆਂ ਦੇ ਕੇ ਚੜਾਵੇ ਚੜਾ ਰਹੇ, ਮੂਰਤੀਆਂ ਦੀ ਉਪਾਸਨਾ ਕਰ ਰਹੇ, ਉਹਨਾਂ ਨੂੰ ਧੰਨ ਬੋਲ ਰਹੇ ਆ। ਲੇਕਿਨ ਕੀ ਕੀਤਾ, ਪਰਮੇਸ਼ਵਰ ਦੇ ਭਾਂਡਿਆਂ ਨੇ ਕੀ ਕੀਤੀ, ਨਰਾਦਰੀ ਕੀਤੀ। ਜਦੋਂ ਨਰਾਦਰੀ ਕੀਤੀ ਤੇ ਦੇਖੋ ਪਰਮੇਸ਼ਵਰ ਦਾ ਜਿਹੜਾ ਕ੍ਰੋਧ ਭੜਕਿਆ। ਉਦੋਂ ਕੀ ਹੋਇਆ, ਉਸ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲਾਂ ਕੀ ਹੋਇਆ, ਪਰਮੇਸ਼ਵਰ ਦਾ ਹੱਥ ਆ ਗਿਆ, ਕੰਧ ਦੇ ਉੱਪਰ ਲਿਖਣ ਲੱਗ ਗਿਆ। ਕੰਧ ਦੇ ਉੱਪਰ ਕੀ ਲਿਖਿਆ, ਕੰਧ ਦੇ ਉੱਪਰ ਲਿਖਿਆ ਮਨੇ ਮਨੇ ਤਕੇਲ ਪਰੇਸ। ਕੰਧ ਦੇ ਉੱਪਰ ਜਿਹੜਾ ਹੱਥ ਆਇਆ ਉਹਨੇ ਲਿਖਿਆ ਮਨੇ ਮਨੇ ਤਕੇਲ ਉੱਪਰ ਸੀਨ। ਹੁਣ ਦੇਖੋ ਇਹ ਲਿਖਤ ਹੋਈ। ਅੱਜ ਵੀ ਇਸੇ ਤਰ੍ਹਾਂ ਆ, ਜੇ ਕੋਈ ਮਨੁੱਖ ਪਰਮੇਸ਼ਵਰ ਦੇ ਵਚਨ ਤੋਂ ਬਾਹਰ ਜਾਂਦਾ ਤੇ ਖੁਦਾ ਦਾ ਹੱਥ ਅੱਜ ਵੀ ਆਂਦਾ, ਅੱਜ ਵੀ ਲਿਖਤ ਹੁੰਦੀ ਆ। ਉਸ ਸਮੇਂ ਕੀ ਹੋਇਆ, ਜਦੋਂ ਰਾਜੇ ਦੇ ਸਾਹਮਣੇ ਲਿਖਤ ਹੋਈ ਤੇ ਰਾਜੇ ਨੇ ਜਿੰਨੇ ਉਹਦੇ ਜੋਤਸ਼ੀ ਸੀਗੇ, ਜਿੰਨੇ ਜਾਦੂਗਰ ਸੀ, ਸਾਰਿਆਂ ਨੂੰ ਬੁਲਾਇਆ। ਕਹਿੰਦਾ ਸਾਰਿਆਂ ਨੂੰ ਲੈ ਕੇ ਆਓ, ਲੇਕਿਨ ਉਸ ਹੱਥ ਦੀ ਜੋ ਲਿਖਤ ਲਿਖੀ ਗਈ ਸੀ ਉਹਦੇ ਬਾਰੇ ਕੋਈ ਕਿਸੇ ਨੇ ਵੀ ਨਹੀਂ ਦੱਸਿਆ। ਜਿੰਨੇ ਵੀ ਲੋਕ ਸੀਗੇ ਕੋਈ ਦੱਸ ਨਹੀਂ ਸਕਿਆ। ਲੇਕਿਨ ਕੀ ਹੋਇਆ, ਉਹਦੇ ਬਾਅਦ ਕੀ ਹੋਇਆ, ਦਾਨੀਏਲ ਨੂੰ ਬੁਲਾਇਆ ਗਿਆ। ਜਦੋਂ ਦਾਨੀਏਲ ਨੂੰ ਬੁਲਾਇਆ ਗਿਆ ਤਾਂ ਬੇਲਸ਼ੱਸ਼ਰ ਰਾਜਾ ਬਹੁਤ ਘਬਰਾ ਗਿਆ ਅਤੇ ਉਸਦਾ ਚਿਹਰਾ ਬਦਲ ਗਿਆ ਅਤੇ ਉਸਦੇ ਪ੍ਰਧਾਨ ਹੱਕੇ ਬੱਕੇ ਰਹਿ ਗਏ। ਫਿਰ ਰਾਜੇ ਤੇ ਉਸਦੇ ਪ੍ਰਧਾਨ ਦੀਆਂ ਗੱਲਾਂ ਸੁਣ ਕੇ ਰਾਜੇ ਦੀ ਮਾਤਾ, ਜਿਹੜੇ ਰਾਜੇ ਦੀ ਮਾਂ ਸੀਗੀ, ਉਹ ਕੀ ਹੈ, ਦਾਊਦ ਦੇ ਘਰ ਵਿੱਚ ਗਈ। ਦਾਊਦ ਦਾ ਘਰ ਮਤਲਬ ਵੀ ਭੰਡਾਰ ਵਾਲੇ ਘਰ 'ਚ ਗਈ ਜਿੱਥੇ ਖਾਣਾ ਬਣਦਾ ਸੀਗਾ। हे ਮਹਾਰਾਜਾ, ਜੁਗੋ ਜੁਗ ਜਿਉਂਦਾ ਰਹੋ, ਤੇਰੀਆਂ ਚਿੰਤਾ ਤੈਨੂੰ ਹੱਕਾ ਬੱਕਾ ਨਾ ਕਰਨ ਅਤੇ ਨਾ ਤੇਰਾ ਚਿਹਰਾ ਬਦਲੇ। ਤੇਰੇ ਰਾਜ ਵਿੱਚ ਇੱਕ ਮਨੁੱਖ ਕਹਿੰਦਾ ਹੈਗਾ ਆ ਜਿਹਦਾ ਨਾਮ ਜਿਹੜਾ ਪਵਿੱਤਰ, ਜਿਹਦੇ ਅੰਦਰ ਕੀ ਰਹਿੰਦਾ, ਪਵਿੱਤਰ ਆਤਮਾ ਰਹਿੰਦੀ ਆ। ਉਹਨੇ ਕਿਹਾ, ਉਹਦੀ ਮਾਂ ਨੇ ਕਿਹਾ, ਕਹਿੰਦਾ ਦੇਵਤਿਆਂ ਦਾ ਆਤਮਾ ਹੈ ਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਅਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ। ਉਹ ਤੇਰੇ ਪਿਤਾ ਦਾ ਮਹਾਰਾਜਾ ਨਬੂਕਦਨਸਰ ਨੇ ਤਾਂ ਹਾਂ, ਤੇਰੇ ਪਿਤਾ ਮਹਾਰਾਜਾ ਨੇ ਜਾਦੂਗਰਾਂ, ਜੋਸ਼ੀਆਂ, ਕਸਦੀਆਂ ਅਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ। ਦੇਖੋ ਕੀ ਹੋਇਆ, ਉਹਦੀ ਮਾਤਾ ਗਵਾਹੀ ਦੇ ਰਹੀ ਆ। ਕਿਹਦੀ ਗਵਾਹੀ ਦੇ ਰਹੀ ਆ, ਦਾਨੀਏਲ ਦੀ ਗਵਾਹੀ। ਕਿਉਂ ਗਵਾਹੀ ਦੇ ਰਹੀ ਆ, ਕਿਉਂਕਿ ਉਹਦੇ ਅੰਦਰ ਕੀ ਸੀ, ਖੁਦਾ ਦਾ ਵਚਨ ਸੀ। ਜੇ ਅੱਜ ਸਾਡੇ ਅੰਦਰ ਖੁਦਾ ਦਾ ਵਚਨ ਆ ਤੇ ਸੰਸਾਰ ਦੇ ਲੋਕ ਤੁਹਾਡੀ ਗਵਾਹੀਆਂ ਦੇਣਗੇ।
ਵੀ ਉਹ ਇੱਕ ਮਨੁੱਖ ਆ ਜਿਹਦੇ ਅੰਦਰ ਖੁਦਾ ਦਾ ਆਤਮਾ ਰਹਿੰਦਾ, ਉਹਨੂੰ ਬੁਲਾਓ, ਉਹ ਤੁਹਾਡਾ ਹੱਲ ਕਰੂਗਾ। ਇਹ ਰਾਜੇ ਦਾ ਹੱਲ ਸੀਗਾ ਜਿਹੜਾ ਵੀ ਮੈਨੂੰ ਜਿਹੜੀ ਲਿਖਤ ਆ ਉਹਦਾ ਸਪਸ਼ਟੀਕਰਨ ਕੀਤਾ ਜਾਵੇ। ਲੇਕਿਨ ਉਹਦੇ ਜਿਹੜੇ ਜਾਦੂਗਰ ਲੋਕ ਸੀਗੇ, ਉਹਦੇ ਜਿਹੜੇ ਜੋਤਸ਼ੀ ਸੀਗੇ, ਉਹਨਾਂ ਨੇ ਸਪਸ਼ਟੀਕਰਨ ਨਹੀਂ ਕੀਤਾ। ਸਪਸ਼ਟੀਕਰਨ ਕਿਹਨੇ ਕੀਤਾ? ਇਹ ਨਬੀ ਜਿਹੜਾ ਇਹ ਦਾਨੀਏਲ ਸੀਗਾ, ਖੁਦਾ ਦਾ ਜਨ ਸੀਗਾ ਜਿਹਦੇ ਅੰਦਰ ਪਵਿੱਤਰ ਆਤਮਾ ਰਹਿੰਦਾ ਸੀ। ਇਹਨੇ ਕੀ ਕੀਤਾ? ਦੱਸਿਆ ਵੀ ਇਹਦਾ ਮਤਲਬ ਕੀ ਆ। ਹੁਣ ਦੇਖੋ ਉਹਨੇ ਕੀ ਦੱਸਿਆ, ਕਿਉਂ ਕਹਿੰਦਾ ਜੇ ਕੋਈ ਵੀ ਮਨੁੱਖ ਕਹਿੰਦਾ ਮੈਨੂੰ ਇਹ ਚੀਜ਼ ਦਾ ਹੱਲ ਦੱਸ ਦਵੇ ਜਿਹੜੀ ਲਿਖਤ ਹੋਈ ਆ, ਕਹਿੰਦਾ ਮੈਂ ਉਹਦੇ ਗਲ ਵਿੱਚ ਸੋਨੇ ਦਾ ਘੰਟਾ ਪਾਉਂਗਾ, ਉਹਦੇ ਸਿਰ ਤੇ ਮੁਕਟ ਰੱਖਿਆ ਜਾਵੇਗਾ, ਕਹਿੰਦਾ ਉਹਨੂੰ ਪੂਰੇ ਦੇਸ਼ ਵਿੱਚ ਤੀਜਾ ਦਰਜੇ ਦਾ ਰਾਜਾ ਬਣਾਇਆ ਜਾਵੇਗਾ। ਲੇਕਿਨ ਦੇਖੋ ਜਦੋਂ ਦਾਨੀਏਲ ਨੂੰ ਬੁਲਾਇਆ ਗਿਆ ਤੇ ਦਾਨੀਏਲ ਨੇ ਕੀ ਕਿਹਾ? ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਵੇਗਾ। ਜਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਹੀ ਕੋਲ ਰਹਿਣ। ਖੁਦਾ ਦੇ ਲੋਕ ਇਹ ਚੀਜ਼ਾਂ ਪਿੱਛੇ ਨਹੀਂ ਭੱਜਦੇ, ਜਿਹੜੇ ਜਿਨ੍ਹਾਂ ਦੇ ਅੰਦਰ ਖੁਦਾ ਦਾ ਆਤਮਾ ਆ ਉਹ ਪੈਸੇ ਪਿੱਛੇ ਨਹੀਂ ਭੱਜਦੇ। ਦੇਖੋ ਬਾਈਬਲ ਕਲੀਅਰ ਕਰ ਰਹੀ ਇਸ ਚੀਜ਼ ਨੂੰ, ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ, ਤਾਂ ਵੀ ਰਾਜੇ ਦੇ ਲਈ ਇਹ ਲਿਖਤ ਨੂੰ ਪੜਾਂਗਾ। ਉਹ ਕਹਿੰਦਾ ਮੈਨੂੰ ਤੇਰੇ ਪੈਸੇ ਦਾ ਲਾਲਚ ਨਹੀਂ ਆ, ਮੈਨੂੰ ਤੇਰੀ ਚੀਜ਼ਾਂ ਦਾ ਲਾਲਚ ਨਹੀਂ ਆ। ਅੱਜ ਜੇ ਕੋਈ ਬੰਦਾ ਕਿਸੇ ਪਾਸਟਰ ਨੂੰ ਜਾ ਕੇ ਕਵੇ ਵੀ ਮੇਰੇ ਵਾਸਤੇ ਪ੍ਰਾਰਥਨਾ ਕਰ ਦੋ, ਮੇਰਾ ਇਹ ਕੰਮ ਹੋ ਗਿਆ ਤੇ ਮੈਂ ਤੁਹਾਨੂੰ 5 ਲੱਖ ਰੁਪਏ ਦੇ ਦੂੰਗਾ, ਪਾਸਟਰ ਨੂੰ ਤਾਂ ਨੀਂਦ ਨਹੀਂ ਆਣੀ ਸਾਰੀ ਰਾਤ। ਉਹਨੇ ਕਹਣਾ 5 ਲੱਖ ਖਾਣਾ ਕੋਈ ਗੱਲ ਨਹੀਂ, ਪਹਿਲਾਂ ਤਾਂ ਕਦੇ ਪ੍ਰਾਰਥਨਾ ਕੀਤੀ ਨਹੀਂ ਇਹਦੇ ਵਾਸਤੇ, ਉਹਦੀ ਰੂਹ ਵਾਸਤੇ ਨਹੀਂ ਪ੍ਰਾਰਥਨਾ ਕੀਤੀ, ਲੇਕਿਨ ਪੈਸੇ ਵਾਸਤੇ ਜ਼ਰੂਰ ਕਰੂਗਾ, ਕਿਉਂਕਿ ਪਤਾ 5 ਲੱਖ ਰੁਪਏ ਚਰਚ 'ਚ ਆਣਾ ਹੈ। ਇਹੋ ਜਿਹੇ ਲੋਕ ਵੀ ਹੈਗੇ। ਤੇ ਇੱਥੇ ਦੇਖੋ ਜਿਹੜਾ ਇਹ ਖੁਦਾ ਦਾ ਸੇਵਕ ਸੀਗਾ ਦਾਨੀਏਲ, ਇਹਨੇ ਕੀ ਕਿਹਾ? ਕਹਿੰਦਾ ਮੈਨੂੰ ਤੇਰੇ ਪੈਸੇ ਦੀ ਲੋੜ ਨਹੀਂ ਹੈ, ਕਹਿੰਦਾ ਆਪਣਾ ਪੈਸਾ ਕਹਿੰਦਾ ਆਪਣੇ ਕੋਲ ਰੱਖ, ਕਹਿੰਦਾ ਮੈਂ ਤੇਰੇ ਵਾਸਤੇ ਵੈਸੇ ਹੀ ਕਰੂੰਗਾ, ਕਹਿੰਦਾ ਕੋਈ ਗੱਲ ਨਹੀਂ, ਜੋ ਮੇਰਾ ਕੰਮ ਆ ਕਹਿੰਦਾ ਮੈਂ ਕਰੂੰਗਾ। ਉਹਦੇ ਬਾਅਦ ਕੀ ਹੋਇਆ? ਕਹਿੰਦਾ हे ਰਾਜਾ ਅਤਮਾਨ ਪਰਮੇਸ਼ਵਰ ਨੇ ਨਬੂਕਦਨਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪ੍ਰਤਾਪ ਦਿੱਤਾ ਸੀ। ਕਹਿੰਦਾ ਜਿਹੜਾ ਤੇਰਾ ਪਿਤਾ ਸੀ ਉਹਨੇ ਬੜੀ ਸ਼ੋਹਰਤ ਸਭ ਕੁਝ ਦਿੱਤਾ ਸੀ, ਕਹਿੰਦਾ ਲੇਕਿਨ ਉਹ ਘਮੰਡੀ ਹੋ ਗਿਆ। ਉਹਨੇ ਕਿਹਾ ਵੀ ਮੇਰੇ ਤੋਂ ਵੱਡਾ ਕੋਈ ਨਹੀਂ ਆ। ਉਹਨੇ ਕਿਹਾ ਵੀ ਜੋ ਕੁਝ ਵੀ ਬਣਾਇਆ, ਜੋ ਕੁਝ ਵੀ ਕੀਤਾ, ਕਹਿੰਦਾ ਮੈਂ ਕੀਤਾ। ਉਹ ਰਾਜਾ ਕੀ ਸੀ? ਨਬੂਕਦਨਸਰ। ਕਹਿੰਦਾ ਜਿਹੜਾ ਤੇਰਾ ਪਿਤਾ ਸੀ ਘਮੰਡ ਵਿੱਚ ਆ ਗਿਆ ਸੀਗਾ। ਕਹਿੰਦਾ ਘਮੰਡ ਨੇ ਉਹਨੂੰ ਪਾਗਲ ਕਰਤਾ। ਅੱਜ ਕੀ ਲੋਕ ਘਮੰਡ ਵਿੱਚ ਪਾਗਲ ਨਹੀਂ ਹੋ ਰਹੇ ਵੀ ਸਾਡੇ ਉੱਪਰ ਪਿਲਰ ਆਫ ਫਾਇਰ ਉਤਰਿਆ ਆ, ਉਹ ਘਮੰਡੀ ਹੋ ਗਏ, ਕਹਿੰਦੇ ਸਾਡੀ ਸੇਵਕਾਈ ਪ੍ਰਮਾਣਿਤ ਆ, ਦੂਜਿਆਂ ਨੂੰ ਤੁੱਛ ਜਾਣ ਰਹੇ ਆ। ਕਿ ਖੁਦਾ ਨੇ ਪੂਰੇ ਵਰਲਡ ਵਿੱਚ ਇੱਕੋ ਹੀ ਚਰਚ ਰੱਖਿਆ ਜਿਹਦੀ ਸੇਵਕਾਈ ਪ੍ਰਮਾਣਿਤ ਆ? ਕਿ ਦੂਜੇ ਬੇਵਕੂਫ ਆ? ਮੈਂ ਇਹ ਪੁੱਛਦਾ ਕਿ ਦੂਜੇ ਲੋਕ ਭਗਤੀ ਨਹੀਂ ਕਰ ਰਹੇ, ਕਿ ਦੂਜੇ ਲੋਕ ਖੁਦਾ ਦੇ ਵਚਨ ਵਿੱਚ ਨਹੀਂ ਚੱਲ ਰਹੇ? ਇਹਨੂੰ ਕੀ ਆ? ਇਹਨੂੰ ਕਹਿੰਦੇ ਨੇ ਫੋਕਾ ਘਮੰਡ। ਅੱਜ ਕੀ ਆ? ਬੇਲਸ਼ੱਸਰ ਵਰਗੂ, ਨਬੂਕਦਨਸਰ ਵਰਗੂ ਲੋਕੀ ਜਿਹੜੇ ਸੇਵਕ ਲੋਕ ਨੇ ਉਹ ਵੀ ਝੂਠੇ ਘਮੰਡ ਵਿੱਚ ਆ ਰਹੇ। ਉਹ ਕਹਿੰਦੇ ਸਾਡੀ ਸੇਵਕਾਈ ਪ੍ਰਮਾਣਿਤ ਆ। ਜੇ ਤੇਰੀ ਸੇਵਕਾਈ ਪ੍ਰਮਾਣਿਤ ਆ ਤਾਂ ਤੁਹਾਡੇ ਲੋਕ ਤਾਂ ਵਿਚਾਰੀ ਨੇ, ਤੁਹਾਡੇ ਚਰਚਾਂ ਦੇ ਲੋਕਾਂ ਦੇ ਜੀਵਨ ਤਾਂ ਬਦਲੇ ਨਹੀਂ ਆ। ਹੁਣ ਇੱਥੇ ਕੀ ਹੋਇਆ? ਜਿਹੜਾ ਬੇਲਸ਼ੱਸਰ ਰਾਜਾ ਸੀਗਾ ਇਹਦੇ ਸਾਰੇ ਲੋਕ ਵਿਚਾਰੀ ਸੀਗੇ, ਸ਼ਰਾਬੀ ਸੀਗੇ, ਗਲਤ ਸੀਗੇ। ਉਦੋਂ ਕੀ ਹੋਇਆ? ਖੁਦਾ ਦਾ ਹੱਥ ਆਇਆ, ਖੁਦਾ ਦੇ ਹੱਥ ਆਇਆ, ਉਹਨੇ ਇਹਦੇ ਖਿਲਾਫ ਲਿਖਿਆ ਤੇ ਉਹਦਾ ਆਨਸਰ ਕਿਹਨੇ ਦਿੱਤਾ? ਉਹਦਾ ਉੱਤਰ ਕਿਹਨੇ ਦਿੱਤਾ? ਉਹਦਾ ਉੱਤਰ ਦਾਨੀਏਲ ਦੁਆਰਾ ਦਿੱਤਾ ਗਿਆ। ਦੇਖੋ ਦਾਨੀਏਲ ਨੇ ਕੀ ਕਿਹਾ? ਕਹਿੰਦਾ ਪਰ ਜਦੋਂ ਉਸਦਾ ਸੁਭਾਅ ਹੰਕਾਰੀ ਹੋਇਆ ਤੇ ਉਸਦਾ ਆਤਮਾ ਕਰੜਾ ਹੋਇਆ ਤਾਂ ਕਹਿੰਦਾ ਕਹਿੰਦਾ ਉਹ ਘਮੰਡ ਕਰਦਾ ਰਿਹਾ। ਕਹਿੰਦਾ ਆਪਣੇ ਪਿਤਾ ਦੀ ਗੱਲ ਦੱਸ ਰਿਹਾ, ਕਹਿੰਦਾ ਉਹਦਾ ਸੁਭਾਅ ਕਰੜਾ ਹੋ ਗਿਆ, ਕਹਿੰਦਾ ਉਹ ਘਮੰਡ ਕਰਦਾ ਰਿਹਾ। ਤੇ ਕਹਿੰਦਾ ਦੇਖ ਉਹਦੇ ਨਾਲ ਕਿੱਦਾਂ ਹੋਇਆ, ਹਨਾ? ਕਹਿੰਦਾ ਉਹ ਘਾਹ ਚਰਦਾ ਹੁੰਦਾ ਸੀਗਾ, ਪਾਗਲ ਹੋ ਗਿਆ ਕਹਿੰਦਾ ਤੇਰਾ ਪਿਤਾ। ਪਰ हे ਬੇਲਸ਼ੱਸਰ, ਤੂੰ ਜੋ ਉਸਦਾ ਪੁੱਤਰ ਹੈ, ਭਾਵੇਂ ਤੂੰ ਇਸ ਸਾਰੀ ਗੱਲ ਨੂੰ ਜਾਣ ਲਿਆ ਤਾਂ ਵੀ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ। ਦੇਖੋ ਉਹਨੂੰ ਪਤਾ ਸੀ ਵੀ ਮੇਰੇ ਪਿਤਾ ਦੇ ਨਾਲ ਕੀ ਕੀ ਹੋਇਆ, ਹਨਾ? ਸਭ ਕੁਝ ਉਹਨੂੰ ਪਤਾ ਸੀ ਵੀ ਮੇਰੇ ਪਿਤਾ ਦੇ ਨਾਲ ਇਸ ਤਰ੍ਹਾਂ, ਮੇਰਾ ਪਿਤਾ ਘਮੰਡੀ ਸੀਗਾ, ਉਹ ਪਰਮੇਸ਼ਰ ਤੋਂ ਖਿਲਾਫ ਚੱਲਿਆ, ਹਨਾ? ਤੇ ਖੁਦਾ ਨੇ ਉਹਨੂੰ ਕਿਸ ਤਰ੍ਹਾਂ ਮਾਰਿਆ, ਹਨਾ? ਤੇ ਉਹਨੂੰ ਚਾਹੀਦਾ ਸੀ ਵੀ ਆਪਣੇ ਜੀਵਨ ਦੀ ਤਬਦੀਲੀ ਕਰੇ, ਲੇਕਿਨ ਉਹਨੇ ਆਪਣੀ ਜੀਵਨ ਦੀ ਤਬਦੀਲੀ ਨਹੀਂ ਕੀਤੀ। ਸਗੋਂ ਦੇਖੋ ਅੱਗੇ ਵਚਨ ਵਿੱਚ ਕੀ ਲਿਖਿਆ? ਸਗੋਂ ਆਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਕੜਾਇਆ ਅਤੇ ਉਸ ਦੇ ਘਰ ਦੇ ਭਾਂਡੇ ਅਤੇ ਤੇਰੇ ਅੱਗੇ ਲਿਆਂਦੇ ਗਏ। ਕਹਿੰਦਾ ਤੂੰ ਕੀ ਕੀਤਾ? ਜਿਹੜਾ ਪਰਮੇਸ਼ਵਰ ਆ, ਜਿਹੜਾ ਆਕਾਸ਼ ਧਰਤੀ ਦਾ ਪਰਮੇਸ਼ਰ, ਕਹਿੰਦਾ ਤੂੰ ਕੜਾਇਆ ਉਹਨੂੰ ਆਪਣੇ ਸਾਹਮਣੇ। ਕਹਿੰਦਾ ਤੂੰ ਆਪਣੇ ਆਪ ਨੂੰ ਕੜਾਇਆ ਉਹਦੇ ਸਾਹਮਣੇ। ਕਹਿੰਦਾ ਤੂੰ ਉਹਦੇ ਭਾਂਡਿਆਂ ਵਿੱਚ ਸ਼ਰਾਬ ਪੀਤੀ। ਕੀ ਅੱਜ ਦੇ ਕਈ ਲੋਕ ਇਹੋ ਜਿਹੇ ਨਹੀਂ ਆ? ਕਈ ਸੇਵਕ ਇਹੋ ਜਿਹੇ ਨੇ ਜਿਹੜੇ ਖੁਦਾ ਦੇ ਭਾਂਡਿਆਂ ਨੂੰ ਇਸਤੇਮਾਲ ਕਰ ਰਹੇ ਹੋ? ਕੀ ਤੁਸੀਂ ਖੁਦਾ ਦੇ ਭਾਂਡੇ ਨਹੀਂ ਹੋ? ਕੀ ਤੁਹਾਨੂੰ ਗਲਤ ਇਸਤੇਮਾਲ ਨਹੀਂ ਕੀਤਾ ਜਾ ਰਿਹਾ? ਅੱਜ ਬਹੁਤ ਖੁਦਾ ਦੇ ਜਿਹੜੇ ਭਾਂਡੇ ਨੇ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਜਾ ਰਿਹਾ। ਕਿਹਦੇ ਦੁਆਰਾ? ਜਿਹਨੂੰ ਇਖਤਿਆਰ ਆ। ਅੱਜ ਕਈ ਜਿਹੜੇ ਸੇਵਕ ਲੋਕ ਨੇ ਉਹ ਬੇਲਸ਼ੱਸਰ, ਨਬੂਕਦਨਸਰ ਵਰਗੇ ਬਣ ਗਏ ਆ।
ਉਹਨਾਂ ਨੂੰ ਰਾਜ ਮਿਲ ਗਿਆ। ਉਹ ਕਹਿੰਦੇ ਬਹੁਤ ਵਧੀਆ ਸਾਡੀ ਕਲੀਸਿਆ ਚੱਲ ਰਹੀ ਹੈ, ਲੇਕਿਨ ਉਹ ਕੀ ਕਰ ਰਹੇ ਆ, ਇਹਨਾਂ ਭਾਂਡਿਆਂ ਨੂੰ ਗਲਤ ਇਸਤੇਮਾਲ ਕਰ ਰਹੇ ਆ। ਇਹਨਾਂ ਭਾਂਡਿਆਂ ਵਿੱਚ ਨਸ਼ਾ ਕਰ ਰਹੇ ਆ, ਇਹਨਾਂ ਭਾਂਡਿਆਂ ਵਿੱਚ ਵਿਭਚਾਰੀ ਭਰ ਰਹੇ ਆ। ਕਿਉਂਕਿ ਜਿਹੜੇ ਚਰਚ ਵਿੱਚ ਗਲਤ ਸਿਸਟਮ ਚੱਲਦਾ ਆ, ਉਹ ਕੀ ਆ, ਚਰਚ ਦੇ ਜਿਹੜੇ ਕਲੀਸਿਆ ਹੁੰਦੀ ਉਹ ਭਾਂਡੇ ਹੁੰਦੇ ਆ, ਤੇ ਇਹਨਾਂ ਭਾਂਡਿਆਂ ਦਾ ਕੀ ਕਰਨਾ ਚਾਹੀਦਾ, ਸਹੀ ਇਸਤੇਮਾਲ ਕਰਨਾ ਚਾਹੀਦਾ। ਇਹਨਾਂ ਭਾਂਡਿਆਂ ਨੂੰ ਕਹਿਣਾ ਚਾਹੀਦਾ ਆ, ਇਹਨਾਂ ਭਾਂਡਿਆਂ ਨੂੰ ਵਧੀਆ ਸਾਫ਼ ਤਰੀਕੇ ਨਾਲ ਰੱਖਣਾ ਚਾਹੀਦਾ ਆ, ਇਹਨਾਂ ਭਾਂਡਿਆਂ ਵਿੱਚ ਖੁਦਾ ਦਾ ਵਚਨ ਭਰਨਾ ਚਾਹੀਦਾ। ਲੇਕਿਨ ਉਹਨੇ ਕੀ ਕੀਤਾ, ਇਹਨਾਂ ਭਾਂਡਿਆਂ ਦੇ ਵਿੱਚ ਸ਼ਰਾਬ ਪੀਤੀ। ਇਹੋ ਜਿਹੇ ਲੋਕ ਵੀ ਹੈਗੇ ਆ, ਇਹੋ ਜਿਹੇ ਸੇਵਕ ਵੀ ਹੈਗੇ ਆ। ਚਾਹੇ ਇਹ ਸੇਵਕ ਨਹੀਂ ਸੀਗਾ, ਇੱਕ ਰਾਜਾ ਸੀਗਾ, ਲੇਕਿਨ ਜਿਹੜਾ ਇੱਕ ਸੇਵਕ ਹੁੰਦਾ ਉਹ ਵੀ ਇੱਕ ਰਾਜਾ ਹੀ ਹੁੰਦਾ ਇੱਕ ਤਰ੍ਹਾਂ ਨਾਲ। ਉਹ ਵੀ ਰਾਜ ਕਰਦਾ ਹੈ ਕਲੀਸਿਆ ਉੱਪਰ, ਉਹ ਜਿਸ ਤਰ੍ਹਾਂ ਮਰਜ਼ੀ ਕਲੀਸਿਆ ਨੂੰ ਕਵੇ ਬਣਾ ਸਕਦਾ ਆ। ਸੇਵਕ ਵੀ ਇੱਕ ਰਾਜਾ ਹੁੰਦਾ ਹੈ, ਉਹ ਚਾਹੇ ਤਾਂ ਕਲੀਸਿਆ ਨੂੰ ਸਹੀ ਬਣਾ ਸਕਦਾ, ਜੇ ਉਹ ਚਾਹੇ ਤਾਂ ਕਲੀਸਿਆ ਨੂੰ ਗਲਤ ਬਣਾ ਸਕਦਾ। ਸਭ ਕੁਝ ਉਹਦੇ ਹੱਥ ਵਿੱਚ ਹੁੰਦਾ, ਕਿਉਂਕਿ ਉਹਦੇ ਹੱਥ ਵਿੱਚ ਪਾਵਰ ਹੁੰਦੀ ਆ। ਲੇਕਿਨ ਜਿਹੜੇ ਖੁਦਾ ਦੇ ਸੱਚੇ ਲੋਕ ਆ, ਉਹ ਕੀ ਕਰਦੇ ਆ, ਆਪਣੇ ਲੋਕਾਂ ਨੂੰ ਕੀ ਕਰਦੇ, ਜਿਹੜੇ ਖੁਦਾ ਦੇ ਭਾਂਡੇ ਆ ਉਹਨਾਂ ਨੂੰ ਵਧੀਆ ਬਣਾਉਂਦੇ ਆ, ਉਹਨਾਂ ਨੂੰ ਸਾਫ਼ ਰੱਖਦੇ ਆ, ਉਹਨਾਂ ਨੂੰ ਕਾਹਦੇ ਨਾਲ ਭਰ ਕੇ ਰੱਖਦੇ, ਵਚਨ ਦੇ ਨਾਲ ਭਰ ਕੇ ਰੱਖਦੇ, ਉਹਨਾਂ ਨੂੰ ਖਾਲੀ ਨਹੀਂ ਰਹਿਣ ਦਿੰਦੇ। ਸਾਨੂੰ ਚਾਹੀਦਾ ਆ ਜੋ ਸਾਨੂੰ ਖੁਦਾ ਦਾ ਵਚਨ ਕਹਿੰਦਾ ਅਸੀਂ ਉਸੇ ਤਰ੍ਹਾਂ ਕਰੀਏ। ਲੇਕਿਨ ਇੱਥੇ ਦਾਨੀਏਲ ਕੀ ਕਹਿ ਰਿਹਾ, ਦਾਨੀਏਲ ਨੇ ਕਿਹਾ ਤੇਰੇ ਪਿਤਾ ਨੇ ਵੀ ਗਲਤੀ ਕੀਤੀ, ਤੂੰ ਵੀ ਗਲਤੀ ਕੀਤੀ। ਉਹਦੇ ਬਾਅਦ ਕੀ ਹੋਇਆ, ਦਾਨੀਏਲ ਉਹਨੂੰ ਕੀ ਕਹਿ ਰਿਹਾ ਆ, ਅਤੇ ਉਹਨੂੰ ਕਿਹਾ, ਕਹਿੰਦਾ ਸਗੋਂ ਆਕਾਸ਼ ਦੇ ਪ੍ਰਭੂ ਸਲੂਕ ਆਪਣੇ ਆਪ ਨੂੰ ਕੜਾਇਆ ਅਤੇ ਉਹਦੇ ਘਰ ਦੇ ਭਾਂਡੇ ਅਤੇ ਤੇਰੇ ਲਿਆਏ, ਅਤੇ ਤੇ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ। ਅਤੇ ਉਸ ਪਰਮੇਸ਼ਵਰ ਨਾਲ ਜਿਸ ਦੇ ਹੱਥ ਵਿੱਚ ਤੇਰਾ ਦਮ ਹੈ, ਤੇਰੇ ਸਾਰੇ ਰਾਹ ਹਨ। ਕਹਿੰਦਾ ਦੇਖੋ, ਅਤੇ ਉਸ ਪਰਮੇਸ਼ਵਰ ਦਾ ਜਿਸ ਦੇ ਹੱਥ ਵਿੱਚ ਕਹਿੰਦਾ ਤੇਰਾ ਦਮ ਆ, ਤੇਰੇ ਸਾਹ ਪ੍ਰਾਣ ਆ, ਕਹਿੰਦਾ ਸਾਰੇ ਰਾਹ ਆ, ਕਹਿੰਦਾ ਤੂੰ ਉਹਦਾ ਆਦਰ ਨਹੀਂ ਕੀਤਾ। ਅੱਜ ਲੋਕੀ ਕਿਹਦਾ ਆਦਰ ਨਹੀਂ ਕਰਦੇ, ਲੋਕੀ ਅੱਜ ਵਚਨ ਦਾ ਆਦਰ ਨਹੀਂ ਕਰਦੇ। ਵਚਨ ਦੇ ਵਿੱਚ ਖੁਦਾ ਦੇ ਹੱਥਾਂ ਦੇ ਵਿੱਚ ਸਾਡੇ ਸਾਹ ਪ੍ਰਾਣ ਆ। ਮੇਰੇ ਹੱਥਾਂ ਦੇ ਵਿੱਚ ਕਿਸੇ ਦੇ ਸਾਹ ਪ੍ਰਾਣ ਨਹੀਂ ਆ, ਕਿਸੇ ਸੇਵਕ ਦੇ ਹੱਥਾਂ ਵਿੱਚ ਸਾਹ ਪ੍ਰਾਣ ਨਹੀਂ ਹੁੰਦੇ। ਕਿਹਦੇ ਹੱਥਾਂ ਵਿੱਚ ਸਾਹ ਪ੍ਰਾਣ ਹੁੰਦੇ ਆ, ਖੁਦਾ ਦੇ ਵਚਨ ਦੇ ਵਿੱਚ। ਖੁਦਾ ਦੇ ਹੱਥਾਂ ਵਿੱਚ ਸਾਹ ਪ੍ਰਾਣ ਹੁੰਦੇ ਆ। ਜੇ ਤੁਸੀਂ ਖੁਦਾ ਦੇ ਨਾਲ ਜੁੜੇ ਹੋ ਤੇ ਤੁਹਾਨੂੰ ਕੋਈ ਮਾਰ ਨਹੀਂ ਸਕਦਾ, ਤੁਹਾਨੂੰ ਕੋਈ ਸਿੱਟ ਨਹੀਂ ਸਕਦਾ। ਉਦੋਂ ਕੀ ਹੋਇਆ, ਫਿਰ ਰਾਜੇ ਨੇ ਉਹਨੂੰ ਦੱਸਿਆ, ਕਹਿੰਦਾ ਇਹ ਲਿਖਤ ਦਾ ਮੈਨੂੰ ਮਤਲਬ ਦੱਸ। ਉਹਨੇ ਦੱਸਿਆ, ਕਹਿੰਦਾ ਅਤੇ ਇਹ ਲਿਖਤ ਲਿਖੀ ਗਈ ਹੈ ਸੋ ਇਹ ਹੈ, ਮਨੇ ਮਨੇ ਤਕੇਲ ਉਫਰਸੀਨ, ਅਤੇ ਮਨੇ ਪਦ ਦਾ ਇਹ ਅਰਥ ਹੈ ਪਰਮੇਸ਼ਵਰ ਤੇਰੇ ਰਾਜ ਦਾ ਲੇਖਾ ਕੀਤਾ। ਕਹਿੰਦਾ ਪਰਮੇਸ਼ਵਰ ਨੇ ਕੀ ਕੀਤਾ, ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਸ ਦਾ ਛੇਕੜ ਕਰ ਦਿੱਤਾ। ਤਕੇਲ ਦਾ ਇਹ ਅਰਥ ਹੈ ਜੋ ਤੂੰ ਤਕੜੀ ਵਿੱਚ ਤੋਲਿਆ ਗਿਆ ਤੇ ਘਟ ਨਿਕਲਿਆ। ਕੀ ਅੱਜ ਲੋਕ, ਖੁਦਾ ਲੋਕਾਂ ਨੂੰ ਤਕੜੀ ਵਿੱਚ ਨਹੀਂ ਤੋਲਦਾ, ਅੱਜ ਲੋਕਾਂ ਨੂੰ, ਸੇਵਕਾਂ ਨੂੰ ਤਕੜੀ ਵਿੱਚ ਤੋਲਦਾ ਆ, ਤੇ ਉਹ ਕੀ ਆ, ਘਟ ਨਿਕਲਦੇ ਆ। ਕਾਹਦੇ ਵਿੱਚ, ਵਚਨ ਦੇ ਵਿੱਚ। ਵਚਨ ਦੇ ਵਿੱਚ ਘਟ ਨਿਕਲਦੇ ਆ ਤੇ ਗਿਆਨ ਦੇ ਵਿੱਚ ਜ਼ਿਆਦਾ ਨਿਕਲਦੇ ਆ। ਵਚਨ ਅੰਦਰ ਹੈ ਨਹੀਂ, ਗਿਆਨ ਭਰ ਲਿਆ। ਗਿਆਨ ਦੇ ਨਾਲ ਉਠਾਇਆ ਜਾਣਾ ਨਹੀਂ ਹੈ, ਉਠਾਇਆ ਜਾਣਾ ਵਚਨ ਦੇ ਦੁਆਰਾ ਹੋਵੇਗਾ। ਅਤੇ ਅੱਗੇ ਲਿਖਿਆ ਆ, ਤਕੇਲ ਦਾ ਇਹ ਅਰਥ ਤੂੰ ਤਕੜੀ ਵਿੱਚ ਘਟ ਤੋਲਿਆ ਗਿਆ। ਪਰੇਜ਼ ਦਾ ਇਹ ਅਰਥ ਜੋ ਤੇਰਾ ਰਾਜ ਵੰਡਿਆ ਗਿਆ। ਅੱਜ ਮੈਂ ਤੁਹਾਨੂੰ ਕਹਿਣਾ ਆ, ਜਿਹੜੇ ਸੇਵਕ ਲੋਕ ਖੁਦਾ ਦਾ ਰਾਹ, ਜਿਹੜੇ ਸੇਵਕ ਲੋਕ ਖੁਦਾ ਦੀ ਸੇਵਕਾਈ ਵਧੀਆ ਤਰੀਕੇ ਨਾਲ ਨਹੀਂ ਕਰਦੇ, ਖੁਦਾ ਕੀ ਕਰਦਾ, ਉਹਨਾਂ ਦੀ ਸੇਵਕਾਈਆਂ ਰੱਖ ਦਿੰਦਾ ਆ। ਉਹਨਾਂ ਦੀ ਸੇਵਕਾਈਆਂ ਕਿਸੇ ਹੋਰ ਨੂੰ ਦੇ ਦਿੱਤੀਆਂ ਜਾਂਦੀਆਂ। ਜਿਸ ਤਰ੍ਹਾਂ ਜਿਹੜੀ ਸੇਵਕਾਈ ਸੀਗੀ ਸ਼ਾਉਲ ਦੀ, ਉਹ ਸ਼ਾਉਲ ਦੀ ਸੇਵਕਾਈ ਕਿਹਨੂੰ ਦਿੱਤੀ ਗਈ, ਸ਼ਾਉਲ ਦੀ ਸੇਵਕਾਈ ਦਾਊਦ ਨੂੰ ਦਿੱਤੀ ਗਈ ਸੀਗੀ। ਕਿਉਂ ਦਿੱਤੀ ਗਈ, ਕਿ ਸ਼ਾਉਲ ਮਸਾ ਕੀਤਾ ਹੋਇਆ ਨਹੀਂ ਸੀਗਾ। ਮਸਾ ਕੀਤਾ ਹੋਏ ਦਾ ਮਤਲਬ ਹੁੰਦਾ, ਮਸਾ ਇਸ ਕਰਕੇ ਕੀਤਾ ਜਾਂਦਾ ਵੀ ਆਪਣੀ ਕਲੀਸਿਆ ਨੂੰ, ਆਪਣੇ ਜਿਹੜੇ ਰਾਜ ਨੂੰ ਸੰਭਾਲ ਕੇ ਰੱਖੇ। ਲੇਕਿਨ ਜਿਹੜਾ ਸ਼ਾਉਲ ਸੀਗਾ, ਉਹਨੇ ਆਪਣੀ ਕਲੀਸਿਆ ਨੂੰ ਸੰਭਾਲ ਕੇ ਨਹੀਂ ਰੱਖਿਆ, ਉਹਨੇ ਆਪਣੇ ਲੋਕਾਂ ਨੂੰ ਸੰਭਾਲ ਕੇ ਨਹੀਂ ਰੱਖਿਆ। ਉਹ ਘਮੰਡ ਵਿੱਚ ਆ ਗਿਆ, ਉਹ ਘਮੰਡ ਵਿੱਚ ਆ ਗਿਆ। ਸੈਮੂਅਲ ਨੇ ਕਿਹਾ ਵੀ ਜੋ ਕੰਮ ਤੈਨੂੰ ਕਰਨਾ ਯੋਗ ਨਹੀਂ ਸੀ, ਤੂੰ ਉਹ ਕੰਮ ਕੀਤਾ ਆ। ਕਹਿੰਦਾ ਤੇਰਾ ਰਾਜ ਤੇਰੇ ਤੋਂ ਲੈ ਲਿਆ ਜਾਂਦਾ ਆ। ਤੇ ਦੇਖੋ ਕਿਹਨੂੰ ਮਸਾ ਕੀਤਾ, ਇੱਕ ਛੋਟੇ ਬੱਚੇ ਨੂੰ, ਇੱਕ 16 ਸਾਲ ਦੀ ਉਮਰ ਦੇ ਬੱਚੇ ਨੂੰ ਮਸਾ ਕਰ ਦਿੱਤਾ ਗਿਆ। ਕਿਉਂ? ਹੁਣ ਸ਼ਾਉਲ ਕਹਿੰਦਾ ਹੋਣਾ ਵੀ ਇਹ ਮੇਰੇ ਸਾਹਮਣੇ ਕੀ ਆ, ਕੁਝ ਵੀ ਨਹੀਂ। ਉਹਦੇ ਸਾਹਮਣੇ ਕੁਝ ਵੀ ਨਹੀਂ ਸੀ, ਕਾਫੂਸ ਸੀਗਾ। ਸ਼ਾਉਲ ਨੇ ਉਹਨੂੰ ਮਾਰਨਾ ਚਾਹਿਆ, ਲੇਕਿਨ ਉਹ ਕੌਣ ਸੀਗਾ, ਉਹਦੀ ਸੇਵਕਾਈ, ਉਹਦਾ ਮਸਾ ਚੱਕ ਕੇ ਕਿਹਦੇ ਉੱਪਰ ਪਾ ਦਿੱਤਾ ਗਿਆ, ਦਾਊਦ ਦੇ ਉੱਪਰ। ਜਿਹੜਾ ਮਸਾ ਸ਼ਾਉਲ ਦੇ ਉੱਪਰ ਸੀਗਾ, ਉਹਦਾ ਮਸਾ ਉਹਦੇ ਉੱਪਰ ਚਲੇ ਗਿਆ। ਕਿਉਂਕਿ ਉਹ ਖੁਦਾ ਦੇ ਵਚਨ ਤੋਂ ਬਾਹਰ ਹੋ ਗਿਆ। ਉਹ ਉਸ ਸੇਵਕਾਈ ਨੂੰ ਸਾਹਮਣੇ, ਕਿਉਂਕਿ ਜਿਹੜੀ ਸ਼ਾਉਲ ਨੂੰ ਸੇਵਕਾਈ ਦਿੱਤੀ ਸੀ, ਉਹ ਦਿੱਤੀ ਸੀ ਤੂੰ ਫਲਿਸਤੀ ਲੋਕਾਂ ਨੂੰ ਮਾਰਨਾ ਹੈ। ਫਲਿਸਤੀ ਲੋਕ ਕਿਹੜੇ ਸੀਗੇ, ਜਿਹੜੇ ਮੂਰਤੀ ਪੂਜਕ ਲੋਕ ਸੀਗੇ, ਉਹਨਾਂ ਨੂੰ ਤੂੰ ਮਾਰਨਾ। ਲੇਕਿਨ ਸ਼ਾਉਲ ਨੇ ਕੀ ਕੀਤਾ, ਵਚਨ ਤੋਂ ਬਾਹਰ ਚਲਾ ਗਿਆ। ਵਚਨ ਤੋਂ ਬਾਹਰ ਉਹਨੇ ਕੰਮ ਕੀਤੇ ਜੋ ਉਹਨੂੰ ਯੋਗ ਨਹੀਂ ਸੀ। ਉਹਨੇ ਉਹ ਕੰਮ ਕੀਤੇ, ਉਹ ਘਮੰਡ ਵਿੱਚ ਆ ਗਏ ਵੀ ਸਭ ਤੋਂ ਵੱਡਾ ਜ਼ਿਆਦਾ ਗਿਆਨੀ ਮੈਂ ਆ, ਮੇਰੇ ਨਾਲ ਹੀ ਪ੍ਰਭੂ ਬੋਲਦਾ ਆ। ਲੇਕਿਨ ਪ੍ਰਭੂ ਕੀ ਕਰਦਾ, ਪ੍ਰਭੂ ਘਮੰਡ ਨੂੰ ਤੋੜ ਦਿੰਦਾ ਹੈ। ਪ੍ਰਭੂ ਸਾਰਿਆਂ ਦਾ ਪਰਮੇਸ਼ਵਰ ਹੈ।
प्रभु किसी ਵੱਡੇ ਛੋਟੇ ਨੂੰ ਨਹੀਂ ਦੇਖਦਾ ਵੀ ਕੋਈ ਪਾਸਟਰ ਬਹੁਤ ਵੱਡਾ ਆ 20 ਸਾਲ ਤੋਂ ਸੇਵਕਾਈ ਕਰ ਰਿਹਾ ਤੇ ਕਹੂਗਾ ਜੀ ਪ੍ਰਭੂ ਤਾਂ ਮੇਰੇ ਨਾਲ ਹੀ ਬੋਲਦਾ ਆ, ਇਹ ਤਾਂ ਕੱਲ ਖੜਾ ਹੋਇਆ, ਪ੍ਰਭੂ ਇਦਾਂ ਨਹੀਂ ਬੋਲ ਸਕਦਾ। ਪ੍ਰਭੂ ਕੀ ਕਰਦਾ, ਪ੍ਰਭੂ ਤਾਂ ਛੋਟੇ ਬੱਚੇ ਨਾਲ ਵੀ ਬੋਲਦਾ ਆ, ਉਹ ਚਾਹੇ ਦੁੱਧ ਪੀਂਦਾ ਬੱਚਾ ਹੋਵੇ। ਜਦੋਂ ਯਿਸੂ ਮਸੀਹ ਹੈਕਲ ਵਿੱਚ ਗਿਆ ਤੇ ਉਹਨੇ ਕੀ ਕਿਹਾ, ਕਹਿੰਦਾ ਮੈਂ ਕਹਿੰਦਾ ਕੀ ਕਰਾਈ ਆ, ਦੁੱਧ ਪੀਂਦੇ ਹੋਏ ਬੱਚਿਆਂ ਤੋਂ ਆਪਣੀ ਉਸਤਤ ਕਰਾਈ ਆ। ਦੁੱਧ ਪੀਂਦੇ ਬੱਚੇ ਕਿਹੜੇ ਹੁੰਦੇ ਆ, ਜਿਨ੍ਹਾਂ ਨੂੰ ਵਚਨ ਦੀ ਨੌਲੇਜ ਨਹੀਂ ਹੁੰਦੀ, ਉਹ ਦੁੱਧ ਪੀਂਦੇ ਬੱਚੇ ਹੁੰਦੇ ਆ। ਤੇ ਦੇਖੋ ਉਸ ਸਮੇਂ ਕੀ ਹੋਇਆ, ਦਾਊਦ ਨੂੰ ਮਸਾ ਕੀਤਾ ਗਿਆ। ਜਦੋਂ ਦਾਊਦ ਨੂੰ ਮਸਾ ਕੀਤਾ ਗਿਆ, ਪ੍ਰਭੂ ਨੇ ਸੈਮੂਅਲ ਨੂੰ ਕਿਹਾ ਸੈਮੂਅਲ ਤੂੰ ਜਾ। ਸੈਮੂਅਲ ਜਦੋਂ ਗਿਆ ਤੇ ਉਹਨੇ ਕੀ ਕੀਤਾ, ਉਹਦੇ ਪਿਤਾ ਨੂੰ ਬੁਲਾਇਆ, ਕਹਿੰਦਾ ਆਪਣੇ ਪੁੱਤਰਾਂ ਨੂੰ ਲੈ ਕੇ ਆ। ਤੇ ਉਹਦੇ ਪੁੱਤਰਾਂ ਨੂੰ ਬੁਲਾਇਆ ਗਿਆ, ਇੱਕ ਨੂੰ ਬੁਲਾਇਆ, ਦੂਜੇ ਨੂੰ ਬੁਲਾਇਆ, ਤੀਜੇ ਨੂੰ ਬੁਲਾਇਆ, 7 ਪੁੱਤਰਾਂ ਨੂੰ ਬੁਲਾਇਆ ਗਿਆ। ਉਹ ਕਹਿੰਦਾ ਪ੍ਰਭੂ ਨੇ ਇਹਨੂੰ ਵੀ ਨਹੀਂ ਚੁਣਿਆ। ਪ੍ਰਭੂ ਨੇ ਕਿਸ ਨੂੰ, ਉਹ ਕਹਿੰਦਾ ਕੀ ਕੋਈ ਹੋਰ ਬਾਕੀ ਹੈਗਾ? ਕਹਿੰਦਾ ਹਾਂ ਇੱਕ ਬਾਕੀ ਹੈਗਾ ਜਿਹਦਾ ਨਾਮ ਦਾਊਦ ਆ। ਕਹਿੰਦਾ ਸਭ ਤੋਂ ਛੋਟਾ ਕੀ ਕਰ ਰਿਹਾ, ਭੇਡਾਂ ਚਾਰ ਰਿਹਾ। ਤੇ ਭੇਡਾਂ ਨੂੰ ਚਾਰਨ ਵਾਲੇ ਹੀ ਭੇਡਾਂ ਚਾਰ ਸਕਦੇ ਆ, ਜਿਹਦਾ ਜੀਵਨ ਖੁਦਾ ਦੇ ਵਚਨ ਤੇ ਬਚਪਨ ਤੋਂ ਜੁੜਿਆ ਹੋਵੇ ਉਹੀ ਭੇਡਾਂ ਚਾਰ ਸਕਦਾ, ਜੇ ਸਹੀ ਤਰੀਕੇ ਨਾਲ ਸੋਚਿਆ ਜਾਵੇ। ਲੇਕਿਨ ਇੱਕ ਮਨੁੱਖ ਗਲਤ ਜੀਵਨ ਬਤੀਤ ਕਰਦਾ ਹੋਇਆ ਖੁਦਾ ਦੀ ਭੇਡਾਂ ਨੂੰ ਚਾਰ ਰਿਹਾ ਆ। ਤੇ ਕਈ ਵਾਰ ਕੀ ਹੁੰਦਾ, ਆਪਣੇ ਸੁਭਾਅ ਨੂੰ ਨਹੀਂ ਛੱਡਦਾ ਉਹ ਮਨੁੱਖ, ਕਿਉਂਕਿ ਉਹਦੇ ਅੰਦਰ ਉਹ ਜਿਹੀ ਆਦਤ ਹੁੰਦੀ ਆ। ਲੇਕਿਨ ਜਿਹੜਾ ਦਾਊਦ ਸੀ ਉਹ ਬਚਪਨ ਤੋਂ ਭੇਡਾਂ ਨੂੰ ਚਾਰਦਾ ਸੀ। ਤੇ ਕੀ ਹੋਇਆ, ਉਹਨੂੰ ਇਜ਼ਰਾਈਲ ਦੀਆਂ ਭੇਡਾਂ ਚਾਰਨ ਵਾਸਤੇ ਖੜਾ ਕੀਤਾ ਗਿਆ, ਮਸਾ ਕੀਤਾ ਗਿਆ। ਤੇ ਉਸੇ ਹੀ ਦਾਊਦ ਨੂੰ ਕੀ ਹੋਇਆ, ਉਹਨੇ ਕੀ ਕੀਤਾ, ਜਿਹੜਾ ਸ਼ਾਉਲ ਸੀ ਪਹਿਲਾਂ ਉਹਨੇ ਜਦੋਂ ਦੇਖਿਆ ਵੀ ਉਹਨੇ ਆਪਣੀ ਸੈਨਾ ਵਿੱਚ ਰੱਖਿਆ ਵੀ ਵੱਡਾ ਸ਼ੂਰਵੀਰ ਆ, ਬਾਅਦ ਚ ਉਹ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਕਿਉਂ ਈਰਖਾ ਕੀਤੀ ਉਹਨੇ? ਕਿਉਂਕਿ ਉਹ ਉਸ ਤੋਂ ਵੱਡੇ ਵੱਡੇ ਕੰਮ ਕਰਦਾ ਸੀ ਕਲੀਸਿਆ ਵਿੱਚ, ਉਸ ਸਥਾਨ ਦੇ ਵਿੱਚ ਉਸ ਤੋਂ ਵੱਡੇ ਵੱਡੇ ਕੰਮ ਕਰਦਾ ਸੀਗਾ। ਲੋਕੀ ਕਹਿੰਦੇ ਜੀ ਸ਼ਾਉਲ ਨੇ ਤਾਂ ਹਜ਼ਾਰਾਂ ਮਾਰੇ ਲੇਕਿਨ ਦਾਊਦ ਨੇ ਲੱਖਾਂ ਮਾਰੇ। ਉਹਨੂੰ ਚਾਹੀਦਾ ਸੀਗਾ ਵੀ ਮੇਰੀ ਫੌਜ ਦਾ ਹੀ ਇੱਕ ਸੈਨਾਪਤੀ ਆ ਦਾਊਦ ਵੀ, ਉਹਨੂੰ ਚਾਹੀਦਾ ਸੀ ਵੀ ਇਹਨੂੰ ਹੋਰ ਅੱਗੇ ਵਧਾਵੇ। ਲੇਕਿਨ ਉਹਨੇ ਕੀ ਕੀਤਾ, ਉਹਨਾਂ ਈਰਖਾ ਕੀਤੀ। ਜਦੋਂ ਉਹਨਾਂ ਈਰਖਾ ਕੀਤੀ ਤਾਂ ਪਰਮੇਸ਼ਵਰ ਦਾ ਆਤਮਾ ਤੋਂ ਅੱਡ ਹੋ ਗਿਆ। ਤੇ ਕੀ ਹੋਇਆ, ਜਿਹੜਾ ਸ਼ਾਉਲ ਸੀਗਾ ਚਾਹੇ ਉਹ ਮਸਾ ਕੀਤਾ ਗਿਆ ਸੀ ਤਾਂ ਵੀ ਉਹ ਮਾਰਿਆ ਗਿਆ, ਲੇਕਿਨ ਜਿਹੜਾ ਦਾਊਦ ਸੀਗਾ ਉਹਨੂੰ ਰਾਜ ਦਿੱਤਾ ਗਿਆ। खुदा मैं ਤੁਹਾਨੂੰ ਦੱਸ ਰਿਹਾ, ਚਾਹੇ ਸੇਵਕਾਈ ਆ, ਚਾਹੇ ਕਿਸੇ ਵੀ ਤਰ੍ਹਾਂ ਦੀ ਚੀਜ਼ ਲਗਾ ਲਓ, ਚਾਹੇ ਕਿਸੇ ਦੀ ਕੋਈ ਪੋਸਟ ਆ ਜਾਂ ਕੋਈ ਨੌਕਰੀ ਆ, ਜੇ ਕੋਈ ਬੰਦਾ ਘਮੰਡ ਕਰਦਾ ਤੇ ਖੁਦਾ ਸਿੱਟ ਦਿੰਦਾ ਹੈ। खुदा घमंडियां दा खुदा नहीं आ, साडा खुदा हलीमा दा खुदा आ। ते सानू चाहिदा आ वचन दे अनुसार जीवन व्यतीत करिए, जो खुदा दा वचन कहंदा ओदे अनुसार चलिए। लेकिन अज लोग की करदे आ, वचन दे अनुसार नहीं चलदे। गलती किदी आ? कलीसिया दी गलती नहीं आ। लोग कहते कलीसिया सही नहीं आ, सेवक सही होना चाहिए आ। जे सेवक सही है तो कलीसिया किद्दां सही नहीं होगी? जे सेवक दे ऊपर मसा आ, सेवक दे ऊपर आग आ ते कलीसिया ऊपर भी आवेगी। मैं तुहानू गारंटी देना इस गल दी। जे सेवक गलत आ, सेवक ही व्यभिचारी आ, सेवक ही 3-3 विआह कराई फिरदा ते कलीसिया दे मैंबर तां 3-3 विआह करांगे, वो तां गलत चलणगे ही चलणगे, क्योंकि सेवक दे ऊपर मसा सही नहीं है। खुद ए सेवकाई ब्याह शादी दी सेवकाई नहीं आ, ए आशिकी मारन दी सेवकाई नहीं आ, ए सेवकाई पवित्रताई दी आ। ते सानू चाहीदा आ पवित्रताई दे नाल जीवन व्यतीत करिए। जे असीं सोचदे हां कोई गल नहीं, खुदा नूं इस्तेमाल कर लैंदे हां। अज बहुत लोग इदां करदे ने, चर्चां विच जांदे ने, पास्टर भी कहंदे ने कोई गल नहीं मैंबर बना लो इहनूं, कोई गल नहीं मूर्ति पूजेगा फिर की है ब्याह कर दांगे। बाइबल मना करदी चीज़ां। ਜਦੋਂ ਤੱਕ ਕੋਈ ਮਨੁੱਖ ਆਪਣੇ ਪਾਪ ਤੋਂ ਗੁਨਾਹ ਤੋਂ ਤੌਬਾ ਕਰਕੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਸਮਾ ਨਹੀਂ ਲੈਂਦਾ, ਉਹ ਬਚਾਇਆ ਨਹੀਂ ਜਾ ਸਕਦਾ, ਉਹਦਾ ਸ਼ੁੱਧੀਕਰਨ ਨਹੀਂ ਹੋਇਆ। ਸਾਡੀ ਮਰਜ਼ੀ ਦੇ ਨਾਲ ਖੁਦਾ ਨੇ ਕੰਮ ਨਹੀਂ ਕਰਨਾ। ਲੋਕੀ ਸੋਚਦੇ ਨੇ ਮੈਂ ਆਪਣੀ ਮਰਜ਼ੀ ਕਰ ਲੂੰਗਾ, ਮੈਂ ਉਹਨੂੰ ਬਚਾ ਲੂੰਗਾ। ਤੁਸੀਂ ਕੌਣ ਹੁੰਦੇ ਬਚਾਉਣ ਵਾਲੇ? ਜਿਹਨੂੰ ਖੁਦਾ ਨਾ ਬਚਾਵੇ ਉਹਨੂੰ ਤੁਸੀਂ ਨਹੀਂ ਬਚਾ ਸਕਦੇ, ਤੇ ਜਿਹਨੂੰ ਖੁਦਾ ਨਾ ਮਾਰੇ ਉਹਨੂੰ ਤੁਸੀਂ ਵੀ ਨਹੀਂ ਮਾਰ ਸਕਦੇ। ਕਹਿੰਦੇ ਖੁਦਾ ਦੇ ਅਭਿਸ਼ਿਕਤਾ ਨੂੰ ਕੋਈ ਸ਼ਰਾਪ ਨਹੀਂ ਦੇ ਸਕਦਾ। ਜਦੋਂ ਉਹਨੇ ਬਲਿਆਮ ਨੇ खुदा दे अभिषिक्तां नूं श्राप देण दी कोशिश की, उदों की होया? खुदा ने बलियाम नूं मार दिता। जिहड़ा बंदा खुदा वल्लों ठहराया आ, जे उहनूं कोई श्राप दिंदा है ना ते खुदा उहनूं बख्शदा नहीं है। बलियाम ने की कीता सी? बलियाम भी तां इक पास्टर सीगा, इक नबी सीगा, वो भी तां खुदा नूं मानदा सी, वो किहड़ा पत्थरां नूं मानदा सीगा। फिर उहने की कीता? लालच विच आके, पैसे विच लालच विच आके इजराइली लोकां नूं की कीता? श्राप देना चाहिया। तेरी सेवकाई डिग जू, मूसा नूं कहंदे तेरा इदां हो जाऊगा, असीं इहनूं इदां कर दांगे, उदां करना। लेकिन की होया कि खुदा दे मसा कीता होए नूं कोई छू सकदा है? जे अज खुदा ने मैनूं इस सेवकाई विच मसा कीता आ ते पूरे संसार दे लोग, पूरा संसार एक पासे हो जाए, एक पासे खड़ा आ, कोई मैनूं हिला नहीं सकदा, क्योंकि ये सेवकाई जिहड़ी मैं कर रहा आ, ये पवित्र आत्मा दी सेवकाई आ, ये पिलर ऑफ फायर दी सेवकाई आ, जिसने मुझ वर्गे पापी बंदे नूं बदल के अपना नौकर बनाया। मैं ओदी सेवकाई करदा, मैं किसी मनुख दी, किसी मिशन दी सेवकाई नहीं करदा, मैं किसी सेवक दी सेवकाई नहीं करदा, मैं किसी मनुख दी नहीं, मैं जिउंदे परमेश्वर यहोवा दी सेवकाई करदा। ते जो ओदा वचन बोल
ਬੋਲੂਗਾ ਮੈਂ ਉਹ ਬੋਲੂੰਗਾ, ਮੈਂ ਕਿਸੇ ਦਾ ਲਿਹਾਜ਼ ਨਹੀਂ ਲਾਉਂਗਾ, ਚਾਹੇ ਕੋਈ ਵੀ ਹੋਵੇ, मैं किसी तो नहीं डरदा। मैं सिर्फ जिਉਂਦੇ परमेश्वर यहोवा दे इस वचन तो डरदा आ जेड़ा आमीन आ ते युगो युग जिਉਂਦਾ आ। जो मैनू वचन कहूगा मैं वही काम करूंगा। जे वचन कहूगा तू घुटने टेकूंगा, जे वचन कहूगा तू रोटी खाऊंगा, जे कहूगा भूखा रह ते मैं भूखा भी रहूंगा। मैनू किसी चीज का लालच नहीं है। ये सेवका ही मैं किसी लालच में शुरू नहीं की। मैं तो एक पापी मनुख सीगा, एक गलत मनुख सीगा, लेकिन खुदा दे दूत ने आके क्या सैमुएल 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 मेरी सेवकाई कर। ते उस दिन तो बाद की होया मेरा जीवन बदल गया। ते मैं क्या प्रभु जी ਜਦੋਂ तक मैं इस धरती ते रहूंगा मैं आत्मा ते सच्चाई ਨਾਲ तेरी भक्ति करूंगा, किसी दे नाल पक्षपात नहीं करूंगा, कोई गलत सिस्टम चर्च विच नहीं चलन दूंगा। मैं वो करूंगा जो प्रभु यीशु मसीह मेरे महान पिता तेरे लोकां ने कीता, तेरे नबियां ने कीता, जिस तरह दाऊद ने कीता सीगा, तेरे वचन के अनुसार जीवन व्यतीत किया। भाई ब्रैनम ने की कीता, तेरे वचन के अनुसार जीवन व्यतीत किया। उन्हें अपनी कामना के अनुसार जीवन व्यतीत नहीं किया। एक सेवक नूं नमूना होना चाहिए आ। लोकां नूं पता ही नहीं गा, सेवक गेमां खेडी जांदा आ, सेवक मीटी पतीले विच पा के रिन्नी जांदा आ, अज मीट ही खाना जी, अज बकरा खाना, अज सूर खाना है, अज गधा खाना है। देखो वो की कर रहे हैं, अज गलत हो गए ने, पेटू बन गए। खुदा इहो जी सेवकाई नूं पसंद नहीं करता। खुदा तां कहंदा आ बोझ चक्कण वाला बन। जेड़ा मनुख जेड़ा सेवक बोझ चक्कण वाला बनदा फिर प्रभु उत्ते होर बोझ पांदा है। जेड़ा बंदा थोड़े विच वफादार नहीं है वो बहुते च वफादार नहीं हो सकदा। संदेश दे प्रचार करने नाल भी तुहाडा रैप्चर हो जाऊगा, तुसीं इदां करो, तुसीं 20,000 दो चर्चे, तुसीं 30,000 दो, तुहाडा रैप्चर होगा। तुहाडा रैप्चर नहीं होना। तुहाडे जेड़े शरीर दी बरकतां भी खत्म हो जाणीआं। तुहाडा कोई रैप्चर नहीं होना। रैप्चर तां होवेगा जे तुहाडे जीवन बदलणगे। जब तक साडे जीवन नहीं बदलते साडा रैप्चर नहीं होगा। पैसा भावें मैं कहना पूरा मकान बेच के चर्च से नप दो, जाके चर्च के पास्टर नूं दे दो, तां भी तुहाडा रैप्चर नहीं होना। पैसे दे नाल रैप्चर नहीं होना। ये पैसे दी सेवकाई नहीं है भी पैसे के द्वारा तुसीं परमेश्वर दे राज च जाओगे। जीवन बदलना पैना है, जीवन देना पैना है। प्रभु बलि मंगदा आ, वो कहंदा फैशनां नूं चाढ़ दे बलि, टीवी नूं फैशनां नूं, टीवीआं नूं, विचारी नूं, जीन दी पैंटां नूं, बाल कटाण नूं, आईब्रो करन नूं, गलत चीज़ां नूं बलि चाढ़ दे ते मेरे कोल आ। कहंदा फिर तेनूं मैं स्वीकार करूंगा। ये आ साडा जिउंदा परमेश्वर। लोकां ने परमेश्वर नूं मजाक समझ लिया आ भी प्रभु दी सेवकाई पता नहीं की बिजनेस बन गई है कोई। बहुत लोग आ जिहड़े कहंदे असीं खुदा दे विच आए। कई सेवक लोग भी कहंदे असीं खुदा विच आए, असीं वो छड्डता। कई कहंदे मैं ब्याज दा काम करदा सी, मैं ब्याज दा काम छड्डता। कई कहंदे असीं ठगियां मारदे सी, ठगियां छड्डतियां। ठीक आ, तुसीं ब्याज दा काम छड्डता, तुसीं ठगियां छड्डतियां। जिहड़ा पैसा सी ब्याज बड़ा वो कित्थे गया? ਉਹ क्यों नहीं छड्डिया? ਉਹ क्यों नहीं तुसीं वंडिया? ਉਹ ਤਾਂ ਤੁਸੀਂ ਆਪਣਾ ਜਮਾ ਕਰਕੇ ਰੱਖਿਆ ਆ। 5 ਕਰੋੜ 10 ਕਰੋੜ ਤੁਸੀਂ ਬੈਂਕ ਵਿੱਚ ਰੱਖਿਆ ਆ ਹੈ। ਉਹ ਕਿਉਂ ਨਹੀਂ ਛੱਡਿਆ? ਜਿਹੜਾ ਜੱਕੀ ਸੀਗਾ, ਜਦੋਂ ਜੱਕੀ ਨੂੰ ਉਹਨੇ ਕਿਹਾ ਪੇੜ ਦੇ ਉੱਪਰ ਥੱਲੇ ਆ ਤੇ ਉਹਨੇ ਕੀ ਕਿਹਾ? ਕਹਿੰਦਾ ਪ੍ਰਭੂ ਜੀ ਮੈਂ ਆਪਣਾ ਸਾਰਾ ਮਾਲ ਕਹਿੰਦਾ ਕੰਗਾਲਾਂ ਨੂੰ ਦਊਂਗਾ। ਉਹਨੇ ਕੀ ਕੀਤਾ? ਉਹਨੇ ਰੱਖਿਆ ਨਹੀਂ। ਜੇ ਉਹਨੇ ਗਲਤੀ ਕੀਤੀ ਸੀ, ਪਾਪ ਕੀਤਾ ਸੀ, ਉਹ ਕਹਿੰਦਾ ਇਹ ਚੀਜ਼ਾਂ ਨੂੰ, ਇਹ ਪੈਸੇ ਨੂੰ ਮੈਂ ਰੱਖੂੰਗਾ ਨਹੀਂ। ਉਹਨੇ ਸਾਰਾ ਪੈਸਾ ਗਰੀਬਾਂ ਵਿੱਚ ਵੰਡ ਕੇ ਕੀ ਕੀਤਾ? ਖੁਦਾ ਦੇ ਪਿੱਛੇ ਚੱਲਿਆ। ਤੇ ਇੱਥੇ ਪਾਸਟਰ ਕਹਿੰਦੇ ਮੈਂ ਵਿਆਜ ਦਾ ਕੰਮ ਕਰਦਾ ਸੀਗਾ ਜੀ, ਮੈਂ ਤਾਂ ਵਿਆਜ ਦਾ ਕੰਮ ਛੱਡਦਾ। ਦੇਖਿਓ ਮੇਰਾ ਤਿਆਗ, बहुत बड़ा त्याग है तेरा। सारा पैसा तेरे अकाउंट 'ਚ ਪਿਆ ਆ। फिर तू ਉਹ ਕਿਉਂ ਨਹੀਂ ਛੱਡਿਆ? ਉਹ ਪਾਪ ਦੀ ਕਮਾਈ ਕਿਉਂ ਨਹੀਂ ਛੱਡੀ? ਗੱਲ ਤੇ ਤਾਂ ਆ ਨਾ, ਤੂੰ ਉਸ ਪਾਪ ਦੀ ਕਮਾਈ ਨੂੰ ਛੱਡਦਾ, ਨਮੂਨਾ ਬਣਦਾ। ਤੂੰ ਨਮੂਨਾ ਤਾਂ ਬਣਿਆ ਹੀ ਨਹੀਂ। ਤੇ ਖੁਦਾਵੰਦ ਕਹਿੰਦਾ ਆ ਜੇ ਮੇਰਾ ਸੇਵਕ ਬਣਨਾ ਆ ਤੇ ਨਮੂਨਾ ਬਣ। ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਸਜ਼ਾ ਕਿਹਨੂੰ ਮਿਲਣੀ ਹੈ? ਸਭ ਤੋਂ ਜ਼ਿਆਦਾ ਸਜ਼ਾ ਸੇਵਕਾਂ ਨੂੰ। ਸਭ ਤੋਂ ਜ਼ਿਆਦਾ ਛਿੱਤਰ ਜਿਹੜੇ ਸੇਵਕਾਂ ਦੇ ਪੈਣੇ ਆ, ਕਲੀਸਿਆ ਦੇ ਤਾਂ ਬਾਅਦ 'ਚ ਪੈਣੇ ਆ। सब तो ज्यादा जिहड़ी मार आ वो पास्टरां नूं पैणी आ। क्यों पैणी आ? लोकां दे जीवन दे नाल की करदे? खिलवाड़ करदे आ। उन्हां दी रूह दी कीमत नहीं पता इन्हां नूं भी एक रूह नाश होके नरक विच जावेगी ते किद्दां तड़फेगी, ओ चीकां मारेगी, ओ दोष लगावेगी भी तू मेरा पास्टर सी, तू मैनूं सही राह क्यों नहीं पाया? एक 10,000 पिछे 20,000 पिछे तू मैनूं नरक विच भेज दिता। ਇਹ ਕੌਣ ਆ? ਸੇਵਕਾਂ ਉੱਤੇ ਦੋਸ਼ ਲੱਗੇਗਾ ਤੇ ਕੀ ਪ੍ਰਭੂ ਦਾ ਵਚਨ ਨਹੀਂ ਕਹਿੰਦਾ ਜਿਹਨੂੰ ਵੱਧ ਦਿੱਤਾ ਗਿਆ, ਕਹਿੰਦਾ ਉਹ ਤੋਂ ਵੱਧ ਲਿਆ ਜਾਵੇਗਾ। ਇਸ ਕਰਕੇ ਖੁਦਾ ਨੇ ਕਿਹਾ ਜਿਹੜਾ ਅੱਜ ਦਾ ਮੈਂ ਪ੍ਰਚਾਰ ਕੀਤਾ ਮੈਂ ਸੇਵਕਾਂ ਤੇ ਕੀਤਾ, ਮੈਂ ਕਿਸੇ ਤੋਂ ਡਰਦਾ ਨਹੀਂ ਆ। ਮੈਨੂੰ ਜੋ ਬਾਈਬਲ ਬਿਆਨ ਕਰੇਗੀ ਮੈਂ ਉਹੀ ਬਿਆਨ ਕਰੂੰਗਾ। मैं ना किसी पुलिस तो डरदा, ना किसी धमके तो डरदा। मैं डरदा आ जिउंदे परमेश्वर यहोवा दे इस वचन तो डरदा आ। मैं अपनी कलीसिया दे लोकां नूं ओ मन्ना खवाऊंगा, ओ रोटी खवाऊंगा ਜਿਹੜੀ ਉਹਨਾਂ ਦੇ ਹਜਮ ਹੋ ਜੇ।
ਉਹ ਰੋਟੀ ਨਹੀਂ ਖਵਾਉਂਗਾ ਜਿਹਦੇ ਵਿੱਚ ਮਿਲਾਵਟ ਹੋਵੇ। ਮਿਲਾਵਟ ਵਾਲੀ ਰੋਟੀ ਉਕਾਬਾ ਦੇ ਬੱਚੇ ਨਹੀਂ ਖਾਂਦੇ। ਉਕਾਬਾ ਦੇ ਬੱਚੇ ਕੀ ਖਾਂਦੇ ਆ? ਹਮੇਸ਼ਾ ਤਾਜ਼ਾ ਮਾਸ ਖਾਂਦੇ ਆ। ਭਾਈ ਬ੍ਰੈਨਮ ਨੇ ਜਿਹੜੀ ਉਹਦੀ ਕਲੀਸਿਆ ਦੇ ਲੋਕ ਸੀ, ਉਹਦੇ ਡੀਕਨ ਸੀ, ਬੜੇ ਵਧੀਆ ਸੀਗੇ। ਸਾਰੀ ਰਾਤ ਕਹਿੰਦੇ ਪ੍ਰਾਰਥਨਾ ਕਰਦੇ ਸੀ। ਉਹਦੇ ਡੀਕਨ, ਉਹਦੀ ਕਲੀਸਿਆ ਦੇ ਲੋਕ ਸਾਰੀ ਰਾਤ ਕੀ ਕਰਦੇ ਸੀ? ਪ੍ਰਾਰਥਨਾ ਕਰਦੇ। ਕਾਹਦੇ ਵਾਸਤੇ? ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਸੀਗੇ। ਕੱਲਾ ਭਾਈ ਬ੍ਰੈਨਮ ਨੂੰ ਸੇਵਕ ਸੀਗੀ, ਉਹ ਚਾਹੇ ਸਤਵਾਂ ਦੂਤ ਸੀਗਾ, ਫਿਰ ਵੀ ਉਹਦੀ ਕਲੀਸਿਆ ਦੇ ਲੋਕ ਬੋਝ ਲੈ ਕੇ ਪ੍ਰਾਰਥਨਾ ਕਰਦੇ ਸੀਗੇ ਵੀ ਸਾਡਾ ਸੇਵਕ ਆ, ਖੁਦਾ ਦਾ ਸੇਵਕ ਆ। ਤੇ ਜੇ ਉਹ ਖੁਦਾ ਦਾ ਸੇਵਕ ਸੀ ਤਾਂ ਕਲੀਸਿਆ ਦੇ ਲੋਕ ਵੀ ਤਾਂ ਸੇਵਕ ਸੀਗੇ। ਜਿਹੜੇ ਕਲੀਸਿਆ ਦੇ ਲੋਕ ਸੀਗੇ ਉਹ ਵੀ ਤੇ ਖੁਦਾ ਦੇ ਸੇਵਕ ਸੀਗੇ, ਉਹ ਵੀ ਤੇ ਖੁਦਾ ਦੀ ਸੇਵਕ ਹੀ ਸੀਗੇ। ਕੱਲਾ ਸੇਵਕ ਖੁਦਾ ਦਾ ਸੇਵਕ ਨਹੀਂ ਹੁੰਦਾ, ਪੂਰੀ ਕਲੀਸਿਆ ਖੁਦਾ ਦੀ ਸੇਵਕ ਹੋਣੀ ਚਾਹੀਦੀ ਆ, ਫਿਰ ਰੈਪਚਰ ਹੋਵੇਗਾ। ਇਸ ਤਰ੍ਹਾਂ ਰੈਪਚਰ ਨਹੀਂ ਹੋਵੇਗਾ। ਅੱਜ ਲੋਕੀ ਗਲਤ ਸਿਖਾ ਰਹੇ ਆ। ਲੋਕਾਂ ਨੂੰ ਸਭ ਤੋਂ ਪਹਿਲਾਂ ਸੇਵਕਾਂ ਨੂੰ ਸਿਖਾਉਣਾ ਚਾਹੀਦਾ ਆਪਣਾ ਜੀਵਨ ਬਦਲ, ਤੇਰਾ ਜੀਵਨ ਬਦਲੇਗਾ ਤੇ ਤੇਰਾ ਰੈਪਚਰ ਹੋਵੇਗਾ। ਚਰਚ ਬਣਾਉਣ ਨੂੰ ਕੀ ਆ? ਭਾਵੇਂ ਮੈਂ 10 ਮਰਲਾ ਚਰਚ ਬਣਾ ਲਾ, ਜੇ ਬਚੇ ਇੱਕ ਨਾ ਤੇ ਫਾਇਦਾ ਕੀ ਆ? ਇਹ ਚਰਚ ਨਹੀਂ ਬਣਾਣਾ, ਆਹ ਚਰਚ ਬਣਾਣੇ ਆ। ਜਦੋਂ ਇਹ ਚਰਚ ਤਿਆਰ ਹੋਵੇਗਾ ਤੇ ਖੁਦਾਵੰਦ ਉਹਦੇ ਵਿੱਚ ਵਾਸ ਕਰੇਗਾ। ਉਹਨੇ ਕਿਹਾ, ਕਹਿੰਦਾ ਗਧੀ ਦੇ ਬੱਚੇ ਨੂੰ ਫੜ ਕੇ ਲਿਆਓ। ਉਹਨੇ ਆਪਣੇ ਚੇਲਿਆਂ ਨੂੰ ਕਿਹਾ, ਅਸੀਂ ਕਿਉਂ ਨਾ ਗਧੀ ਦੇ ਬੱਚੇ ਦਾ ਮਤਲਬ ਜਿਹੜੀ ਗਧੇ ਹੁੰਦੇ ਆ ਬੜੀ ਹਲੀਮ ਹੁੰਦੀ ਆ, ਪਿਓਰ ਹੁੰਦੀ ਆ। ਕੀ ਅਸੀਂ ਖੁਦਾ ਦੇ ਬੱਚੇ ਨਹੀਂ ਆ? ਅੱਜ ਇਸ ਗਧੇ ਉੱਪਰ ਖੁਦਾ ਸਵਾਰ ਨਹੀਂ ਹੋਇਆ। ਜੇ ਇਸ ਗਧੇ ਉੱਪਰ ਖੁਦਾ ਸਵਾਰ ਹੋਇਆ ਆ ਤੇ ਤਾਂ ਹੀ ਇਹ ਗਧੇ ਦੇ ਉੱਪਰ ਇਹ ਗਧਾ ਤਾਂ ਹੀ ਬੋਲ ਰਿਹਾ ਆ। ਗਧੇ ਦਾ ਮਤਲਬ ਹੁੰਦਾ ਆ ਉਹਦੇ ਪਵਿੱਤਰ ਲੋਕ ਜਿਹਦੇ ਉੱਪਰ ਖੁਦਾ ਸਵਾਰ ਹੁੰਦਾ। ਸਾਨੂੰ ਹਲੀਮ ਹੋਣਾ ਚਾਹੀਦਾ, ਸਾਨੂੰ ਖੱਚਰ ਵਿਦਿਆ ਵਿੱਚ ਨਹੀਂ ਜਾਣਾ ਚਾਹੀਦਾ। ਅੱਜ ਚਰਚਾ ਵਿੱਚ ਖੱਚਰ ਵਿਦਿਆ ਸਿਖਾਈ ਜਾਂਦੀ ਹੈ। ਆਜੋ ਕੋਈ ਨਹੀਂ, ਬਰਕਤ ਮਿਲ ਜੂਗੀ ਤੁਹਾਨੂੰ, ਇਹ ਮਿਲ ਜੂਗਾ। ਇਹ ਤਾਂ ਬਾਬਿਆਂ ਵਾਲਾ ਕੰਮ ਹੋ ਗਿਆ। ਬਰਕਤ ਤਾਂ ਠੀਕ ਆ, ਬਰਕਤ ਵੀ ਮਿਲੂਗੀ, ਸਭ ਕੁਝ ਮਿਲੂਗਾ। ਸਭ ਤੋਂ ਪਹਿਲਾਂ ਉਹਦਾ ਜੀਵਨ ਬਦਲਣਾ ਚਾਹੀਦਾ। ਉਹਨੂੰ ਪਾਪ ਵਿੱਚੋਂ ਤਾਂ ਬਾਹਰ ਕੱਢ। ਲੋਕੀ ਕਹਿੰਦੇ ਮੈਂ ਪਾਪ ਛੱਡਦਾ, ਪਾਪੀਆਂ ਵਿੱਚ ਬਹਿਣਾ ਛੱਡਦਾ। ਤੂੰ ਪਾਪੀਆਂ ਵਿੱਚ ਬਹਿਣਾ ਛੱਡਦਾ, ਪਾਪ ਤਾਂ ਤੇਰੇ ਅੰਦਰ ਹੀ ਹੈ। ਤੂੰ ਵਿਆਜ ਦਾ ਕੰਮ ਛੱਡਦਾ, ਪੈਸਾ ਤਾਂ ਤੇਰੇ ਕੋਲ ਹੀ ਆ। ਤੂੰ ਕਹਿੰਦਾ ਮੈਂ ਹਰਾਮਕਾਰਾਂ ਦੇ ਨਾਲ ਬਹਿਣਾ ਛੱਡਦਾ, ਹਰਾਮਕਾਰਾਂ ਨਾਲ ਬਹਿਣਾ ਛੱਡਦਾ। ਹਰਾਮਕਾਰੀ ਤੇਰੇ ਅੰਦਰ ਹੀ ਆ। ਇਸ ਕਰਕੇ ਉਹ ਹਰਾਮਕਾਰੀ ਕਿਹਦੇ ਵਿੱਚ ਆ ਰਹੀ ਹੈ? ਕਲੀਸਿਆ ਦੇ ਵਿੱਚ ਆ ਰਹੀ ਆ। ਤੇ ਕਲੀਸਿਆ ਦੇ ਲੋਕ ਕੀ ਹੋ ਰਹੇ? ਵਿਚਾਰੀ ਹੋ ਰਹੇ। ਮੈਂ ਖੁਸ਼ ਹੁੰਦਾ ਉਹਨਾਂ ਸੇਵਕਾਂ ਤੋਂ ਜਿਹੜੇ ਲੋਕ ਆਪਣੀ ਕਲੀਸਿਆ ਦੇ, ਜਿਹੜੇ ਪਾਸਟਰ ਲੋਕ ਨੇ ਆਪਣੀ ਕਲੀਸਿਆ ਵਿੱਚ ਬੜੀ ਗੰਭੀਰਤਾ ਦੇ ਨਾਲ ਪ੍ਰਚਾਰ ਕਰਦੇ ਆ ਤੇ ਕਹਿੰਦੇ ਆ ਆਪਣੇ ਜੀਵਨ ਦਾ ਸੁਧਾਰ ਕਰ, ਤੇਰੇ ਪੈਸਾ ਨਹੀਂ ਬਚਾਉਣਾ ਤੈਨੂੰ। ਪੈਸਾ ਥੋੜੀ ਬਚਾਉਂਦਾ ਆ। 20,000 ਦੇਤਾ, 30,000 ਦੇਤਾ, ਲੱਖ ਰੁਪਏ ਦੇ ਕੇ ਡੀਕਨ ਥੋੜੀ ਬਣ ਜੂਗਾ। ਲੱਖ ਰੁਪਏ ਦੇ ਕੇ ਕੋਈ ਖੁਦਾ ਦੇ ਰਾਜ 'ਚ ਥੋੜੀ ਚੱਲ ਜੂਗਾ। ਖੁਦਾ ਦੇ ਰਾਜ ਵਿੱਚ ਜਾਣਾ ਆ ਤੇ ਜੀਵਨ ਨੂੰ ਬਦਲਣਾ ਪੈਣਾ ਆ। ਤੇ ਪ੍ਰਭੂ ਯਿਸੂ ਮਸੀਹ ਉਹਨੇ ਪਸੰਦ ਕਰਦਾ ਆ ਜਿਹੜਾ ਮਨੁੱਖ ਆਪਣੇ ਜੀਵਨ ਨੂੰ ਬਦਲਦਾ ਆ। ਅਦਰਵਾਈਜ਼ ਖੁਦਾ ਨੂੰ ਪਸੰਦ ਨਹੀਂ ਕਰਦਾ। ਹੁਣ ਦੇਖੋ ਇਹ ਕੀ ਆ? ਇਹ ਮਸੀਹ ਲਾਈਫ ਆ ਸਾਡੀ। ਇਹਨੂੰ ਕਹਿੰਦੇ ਨੇ ਮਸੀਹ ਲਾਈਫ। ਮਸੀਹ ਲਾਈਫ ਇਸ ਤਰ੍ਹਾਂ ਨਹੀਂ ਬਣਦੀ। ਮਸੀਹ ਲਾਈਫ ਵਾਸਤੇ ਸਿਖਾਉਣ ਵਾਲਾ ਵੀ ਇੱਕ ਮਸੀਹ, ਉਹਦੇ ਅੰਦਰ ਵੀ ਮਸੀਹ ਹੋਣਾ ਚਾਹੀਦਾ, ਤਾਂ ਹੀ ਤੁਹਾਨੂੰ ਸਿਖਾਊਗਾ। ਜੇ ਸਿਖਾਉਣ ਵਾਲੇ ਦੇ ਅੰਦਰ ਖੁਦਾ ਨਹੀਂ ਆ ਤੇ ਤੁਹਾਨੂੰ ਖੁਦਾ ਦਾ ਕਿੱਦਾਂ ਬਚਾਊਗਾ? ਜੇ ਡਰਾਈਵਰ ਹੀ ਅੰਨਾ ਆ ਤੇ ਜਿਹੜੇ ਵਿੱਚ ਬੈਠੇ ਉਹ ਤਾਂ ਟੋਏ 'ਚ ਜਾਣਗੇ। ਗਾਰੰਟੀ ਇਸ ਗੱਲ ਦੀ। ਅੰਨਾ ਕਿਸ ਚੀਜ਼ ਨੇ ਕਰਤਾ? ਲੋਕਾਂ ਨੂੰ ਗਿਆਨ ਨੇ ਅੰਨਾ ਕਰਤਾ। ਅੱਜ ਐਂਡ ਟਾਈਮ ਮੈਸੇਜ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਨਰਕ ਵਿੱਚ ਜਾਣਗੇ। ਮੈਂ ਡੰਕੇ ਦੀ ਚੋੜ ਦੇ ਨਾਲ ਇਹ ਗੱਲ ਨੂੰ ਕਲੀਅਰ ਕਰਦਾ। ਐਂਡ ਟਾਈਮ ਮੈਸੇਜ ਦੇ ਲੋਕ ਸਭ ਤੋਂ ਜ਼ਿਆਦਾ ਨਰਕ 'ਚ ਜਾਣਗੇ ਕਿਉਂਕਿ ਘਮੰਡੀ ਹੋ ਗਏ। ਜੀਵਨ ਤਾਂ ਬਦਲਿਆ ਨਹੀਂ ਹੈ। ਤਿੰਨ ਵਿਆਹ ਕਰਾ ਰਹੇ ਆ, ਆਸ਼ਕੀਆਂ ਮਾਰ ਰਹੇ ਆ, ਗਲਤ ਜੀਵਨ ਬਤੀਤ ਕਰ ਰਹੇ ਆ। ਫਿਰ ਕਹਿੰਦੇ ਜਿਹੜਾ ਲਾੜੀ ਦੀ ਸੇਵਾ ਕਰੂਗਾ ਬਚਾਇਆ ਜਾਊਗਾ। ਤੁਸੀਂ ਨਹੀਂ ਬਚਾਏ ਜਾਓਗੇ ਤਾਂ ਤੁਹਾਡੀ ਸੇਵਾ ਕਰਨ ਵਾਲੇ ਸਵਾਹ ਬਚਾਇਆ ਜਾਣਾ। ਕੋਈ ਨਹੀਂ ਬਚਾਇਆ ਜਾਵੇਗਾ। ਬਚਾਇਆ ਉਹੀ ਜਾਵੇਗਾ ਜਿਹਨੇ ਨਬੀ ਦੇ ਸੰਦੇਸ਼ ਦੇ ਅਨੁਸਾਰ ਜੀਵਨ ਬਤੀਤ ਕੀਤਾ ਹੈ। ਨਬੀ ਦੇ ਸੰਦੇਸ਼ ਸੁਣਾਉਣ ਨਾਲ ਥੋੜੀ ਬਚਾਇਆ ਜਾਣਾ ਹੈ, ਜਾਂ ਨਬੀ ਦੇ ਸੰਦੇਸ਼ ਪੜ੍ਹਨ ਦੇ ਨਾਲ ਤੁਸੀਂ ਬਚਾਏ ਜਾਓਗੇ। ਮੰਨ ਲਓ 1100 1150 ਸੰਦੇਸ਼ ਨੇ ਭਾਈ ਬ੍ਰੈਨਮ ਦੇ। ਜੇ ਤੁਸੀਂ ਉਹਨਾਂ ਸੰਦੇਸ਼ਾਂ ਨੂੰ ਪੜ੍ਹਦੇ ਹੋ ਕਿ ਤੁਸੀਂ ਬਚਾਏ ਜਾਓਗੇ? ਮੈਂ ਕਹਿੰਦਾ ਨਹੀਂ ਬਚਾਏ ਜਾਓਗੇ। ਜੇ ਤੁਸੀਂ ਉਹ ਸੰਦੇਸ਼ਾਂ ਦੇ ਅਨੁਸਾਰ ਜੀਵਨ ਬਤੀਤ ਕਰਦੇ ਹੋ ਤਾਂ ਤੁਸੀਂ ਬਚਾਏ ਜਾਓਗੇ। ਖੁਦਾ ਦਾ ਵਚਨ ਇਹੀ ਕਹਿੰਦਾ ਆ। ਇਸ ਕਰਕੇ ਪ੍ਰਭੂ ਯਿਸੂ ਮਸੀਹ ਕਹਿੰਦਾ ਮੇਰੇ ਉੱਤੇ ਵਿਸ਼ਵਾਸ ਕਰ, ਕਹਿੰਦਾ ਸਭ ਗੱਲਾਂ ਕਹਿੰਦਾ ਤੇਰੇ ਲਈ ਪੂਰੀਆਂ ਕਰ ਦੂੰਗਾ। ਤੁਹਾਡੇ ਅੰਦਰ ਕੋਈ ਦੁੱਖ ਬਿਮਾਰੀ ਨਹੀਂ ਰਹੇਗੀ। ਖੁਦਾ ਦਾ ਵਚਨ ਇਸ ਚੀਜ਼ ਨੂੰ ਕਲੀਅਰ ਕਰਦਾ। ਸਾਨੂੰ ਚਾਹੀਦਾ ਆ ਆਪਣੇ ਗੁਨਾਹ ਪਾਪਾਂ ਨੂੰ ਮੰਨੀਏ ਤੇ ਖੁਦਾ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੀਏ। ਜੋ ਸਾਨੂੰ ਖੁਦਾ ਦਾ ਵਚਨ ਕਹਿੰਦਾ। ਡਰੋ ਨਾ। ਬਥੇਰੇ ਲੋਕਾਂ ਦੇ ਸਾਡੇ ਕੋਲ ਆਣਾ ਆ, ਬਥੇਰੇ ਲੋਕਾਂ ਨੇ ਤੁਹਾਨੂੰ ਭਰਮਾਣਾ ਆ। ਗੱਲ ਕਰੋ ਵੀ ਜੇ ਤੂੰ ਸੇਵਕ ਆ, ਜੇ ਤੂੰ ਕੋਈ ਨਮੂਨਾ ਆ ਤੇ ਆਪਣਾ ਨਮੂਨਾ ਪੇਸ਼ ਕਰ, ਪੇਸ਼ ਕਰਾਓ ਨਮੂਨਾ ਉਹਦੇ ਅੱਗੇ, ਫਿਰ ਉਹਨਾਂ ਗੱਲ ਕਰੋ। ਡਰਨ ਦੀ ਲੋੜ ਨਹੀਂ ਆ। ਜੇ ਮੈਂ ਖੜਾ, ਮੈਨੂੰ ਪੁੱਛੋ, ਮੈਂ ਤੁਹਾਡੇ ਸਾਹਮਣੇ ਖੜਾ, ਕੀ ਮੈਂ ਤੁਹਾਡੇ ਸਾਹਮਣੇ ਇੱਕ ਨਮੂਨਾ ਪੇਸ਼ ਨਹੀਂ ਕੀਤਾ ਆਪਣਾ? ਕੀ ਮੈਂ ਇੱਕ ਪਾਪੀ ਮਨੁੱਖ ਨਹੀਂ ਸੀਗਾ? ਜਦੋਂ ਪਾਪ ਦੇ ਵਿੱਚੋਂ ਖੁਦਾ ਨੇ ਮੈਨੂੰ ਬਾਹਰ ਕੱਢਿਆ, ਸਭ ਤੋਂ ਪਹਿਲਾਂ ਮੈਂ ਇੱਕ ਨਮੂਨਾ ਬਣਿਆ। ਜਦੋਂ ਤੱਕ ਤੁਹਾਡੇ ਅੰਦਰ ਨਮੂਨਾ ਪੇਸ਼ ਨਹੀਂ ਹੁੰਦਾ ਤੁਸੀਂ ਕੁਛ ਨਹੀਂ ਕਰ ਸਕਦੇ।
ਸਾਨੂੰ ਚਾਹੀਦਾ ਆ ਖੁਦਾ ਦਾ ਸੇਵਕ ਵੀ ਨਮੂਨਾ ਹੋਵੇ ਤੇ ਤਾਂ ਅਸੀਂ ਨਮੂਨੇ ਬਣ ਸਕਦੇ। ਜੇ ਖੁਦਾ ਦਾ ਸੇਵਕ ਹੀ ਨਮੂਨਾ ਬਣਿਆ, ਤੁਸੀਂ ਨਮੂਨੇ ਕਿੱਥੋਂ ਬਣ ਜਾਓਗੇ? ਜੇ ਸੇਵਕ ਹੀ ਨਹੀਂ ਮਰਿਆ ਤੇ ਕਲੀਸਿਆ ਕਿੱਥੋਂ ਮਰੂਗੀ? ਜੇ ਕਲੀਸਿਆ ਨਹੀਂ ਮਰੂਗੀ ਤਾਂ ਉਠਾਇਆ ਜਾਣਾ ਨਹੀਂ ਹੋਵੇਗਾ। ਇਹ ਸਿੱਖ ਝੂਠਾ। ਫਿਰ ਤੁਹਾਨੂੰ ਝੂਠੀਆਂ ਗੱਲਾਂ ਸਿਖਾਈ ਜਾ ਰਹੀਆਂ ਵੀ ਨਬੀ ਨੇ ਕਿਹਾ ਤੁਸੀਂ ਉਠਾਏ ਜਾਓਗੇ। ਨਬੀ ਨੇ ਕਿਹਾ ਆਪਣੇ ਜੀਵਨ ਨੂੰ ਬਦਲ। ਨਬੀ ਦੇ ਜਿੰਨੇ ਸੰਦੇਸ਼ ਆ ਉਹਨਾਂ ਦੇ ਇੱਕੋ ਹੀ ਨਿਚੋੜ ਆ, ਆਪਣੇ ਜੀਵਨ ਨੂੰ ਬਦਲ। ਜੇ ਤੱਕ ਜੀਵਨ ਹੀ ਨਹੀਂ ਬਦਲੂਗਾ ਉਠਾਏ ਜਾਣਾ ਕਿੱਥੋਂ ਹੋ ਜਾਊਗਾ? ਮੈਨੂੰ ਤੇ ਇਹ ਨਹੀਂ ਸਮਝ ਲੱਗਦੀ। ਪਿਲਰ ਆਫ ਫਾਇਰ ਉਤਰ ਗਿਆ, ਪਿਲਰ ਆਫ ਫਾਇਰ ਹੋ ਗਿਆ, ਕੁੜੀਆਂ ਤੁਸੀਂ ਛੜੀ ਜਾਂਦੇ ਆ ਚਰਚਾਂ ਵਿੱਚ, ਫਿਰ ਕਹਿੰਦੇ ਪਿਲਰ ਆਫ ਫਾਇਰ ਉਤਰ ਗਿਆ ਤੇ ਨਬੀ ਦਾ ਕਹਿੰਦਾ ਤੇਰਾ ਜੀਵਨ ਬਦਲਣਾ ਚਾਹੀਦਾ। ਦੇਖੋ ਇਹ ਕੀ ਹੈ? ਇਹਦਾ ਮਤਲਬ ਸਾਫ਼ ਕਲੀਅਰ ਬਲਿਆਮ ਦੀ ਸਿੱਖਿਆ ਤੁਹਾਨੂੰ ਸਿਖਾਈ ਜਾ ਰਹੀ ਹੈ। ਬਲਿਆਮ ਦੀ ਸਿੱਖਿਆ ਤੁਹਾਡੇ ਅੱਗੇ ਪੇਸ਼ ਕੀਤੀ ਜਾ ਰਹੀ ਆ। ਲੋਕ ਭੋਲੇ ਭਾਲੇ ਵਿਚਾਰੇ ਪਤਾ ਕੁਛ ਨਹੀਂ ਪਿੱਛੇ ਚੱਲ ਰਹੇ। ਇਸ ਤਰ੍ਹਾਂ ਸੇਵਕਾਈਆਂ ਨਹੀਂ ਹੁੰਦੀਆਂ। ਸੇਵਕਾਈ ਵਚਨ ਦੇ ਅਨੁਸਾਰ ਹੋਣੀ ਚਾਹੀਦੀ ਹੈ। ਗਿਆਨ ਸਨਾਨ ਨਾਲ ਸੇਵਕਾਈ ਨਹੀਂ ਆ। ਨਬੀ ਨੇ ਆ ਕਿਹਾ, ਨਬੀ ਨੇ ਤਾਂ ਬਹੁਤ ਕੁਝ ਕਿਹਾ, ਤੁਸੀਂ ਕਿਹੜੀ ਗੱਲ ਨੂੰ ਮੰਨਦੇ ਹੋ? ਨਬੀ ਗੱਲ ਤੇ ਇਹ ਆ ਨਾ, ਗੱਲ ਇਹ ਆ ਅਸੀਂ ਕਿਹੜੀ ਗੱਲਾਂ ਵਿੱਚ ਨਬੀ ਵੀ ਚੱਲ ਰਹੇ ਹਾਂ। ਨਬੀ ਨੇ ਤਾਂ ਕਿਹਾ ਆ ਤੁਹਾਡਾ ਜੀਵਨ ਵਧੀਆ ਹੋਣਾ ਚਾਹੀਦਾ, ਨਮੂਨੇ ਹੋਣੇ ਚਾਹੀਦੇ ਤੁਸੀਂ ਕਲੀਸਿਆ ਦੇ ਵਿੱਚ। ਜੇ ਤੁਸੀਂ ਸੇਵਕ ਹੋ, ਜੇ ਤੁਸੀਂ ਪਾਸਟਰ ਹੋ ਜਾਂ ਡੀਕਨ ਹੋ, ਕੁਝ ਵੀ ਹੋ, ਤੁਸੀਂ ਨਮੂਨੇ ਹੋਣੇ ਚਾਹੀਦੇ। ਜੇ ਤੁਸੀਂ ਵਿਸ਼ਵਾਸੀ ਹੋ, ਤੁਹਾਡੇ ਵਿਸ਼ਵਾਸ ਦਾ ਵੀ ਇੱਕ ਨਮੂਨਾ ਹੋਣਾ ਚਾਹੀਦਾ ਲੋਕਾਂ ਅੱਗੇ। ਨਮੂਨਾ ਕੀ ਆ? ਵੈਰ ਵਿਰੋਧ ਲੜਾਈ ਝਗੜੇ, ਇਹ ਨਮੂਨਾ ਖੁਦਾ ਪਸੰਦ ਨਹੀਂ ਕਰਦਾ। ਖੁਦਾਵੰਦ ਕਹਿੰਦਾ ਆ ਜੇ ਮੇਰੇ ਕੋਲ ਆਣਾ ਆ ਤੇ ਪਾਕ ਬਣ, ਹਲੀਮ ਬਣ। ਖੁਦਾਵੰਦ ਹਲੀਮਾ ਦਾ ਖੁਦਾ ਆ। ਖੁਦਾਵੰਦ ਸਾਡੇ ਵਿੱਚੋਂ ਕੋਈ ਬਿਮਾਰੀ ਨਹੀਂ ਰਹਿਣ ਦੇਵੇਗਾ। ਜਿੰਨੀਆਂ ਬਿਮਾਰੀਆਂ ਆ ਸਭ ਪ੍ਰਭੂ ਖਤਮ ਕਰ ਦੇਵੇਗਾ। ਉਹ ਕਹਿੰਦਾ ਸਿਰਫ ਵਿਸ਼ਵਾਸ ਕਰ ਤੇ ਜਿੰਨੇ ਲੋਕ ਵਿਸ਼ਵਾਸ ਕਰਨਗੇ ਮੈਂ ਗਾਰੰਟੀ ਦਿੰਦਾ ਆ ਤੁਹਾਡੀ ਸ਼ੂਗਰਾਂ, ਜੇ ਤੁਸੀਂ ਕੋਮਾ ਦੇ ਵਿੱਚੋਂ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕੋਮੇ ਦੇ ਵਿੱਚ ਆ, ਕੋਈ ਬਿਮਾਰੀ ਵਿੱਚ ਆ, ਕੋਈ ਵਿਚਾਰੀ ਵਿੱਚ ਆ, ਕੋਈ ਪਾਪ ਦੇ ਵਿੱਚ ਆ, ਕਿਸ ਦੇ ਪੇਟ 'ਚ ਇਨਫੈਕਸ਼ਨ ਆ, ਕਿਸ ਨੂੰ ਯੂਰਨ ਦੀ ਪ੍ਰੋਬਲਮ ਆ, ਕਿਸ ਨੂੰ ਮੱਥੇ ਵਿੱਚ ਫੋੜਾ ਆ, ਕਿਸ ਨੂੰ ਸਰਵਾਈਕਲ ਆ, ਉਹ ਸਭ ਤੁਹਾਡਾ ਖਤਮ ਹੋ ਜਾਵੇਗਾ। ਤੁਹਾਨੂੰ ਵਿਸ਼ਵਾਸ ਕਰਨਾ ਪੈਣਾ। ਕਾਹਦੇ ਉੱਪਰ ਵਿਸ਼ਵਾਸ ਕਰਨਾ ਪੈਣਾ? ਯਹੋਵਾ ਦੇ ਵਚਨ ਦੇ ਉੱਪਰ ਵਿਸ਼ਵਾਸ ਕਰੋ। ਮੈਂ ਪ੍ਰੋਫੈਸੀ ਕਰਦਾ, ਮੈਂ ਇਸ ਚੀਜ਼ ਦਾ ਦਾਵਾ ਕਰਦਾ ਯਿਸੂ ਮਸੀਹ ਦਾ ਸੇਵਕ ਹੋਣ ਦੇ ਨਾਤੇ, ਜੇ ਤੁਸੀਂ ਵਿਸ਼ਵਾਸ ਕਰੋਗੇ ਖੁਦਾਵੰਦ ਤੇ ਅੱਜ ਹੁਣੇ ਇਸੇ ਸਮੇਂ ਤੁਹਾਡੀ ਬਿਮਾਰੀਆਂ ਖਤਮ ਹੋ ਜਾਣਗੀਆਂ, ਤੁਹਾਡੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਤੁਸੀਂ ਵਿਸ਼ਵਾਸ ਕਰੋ ਯਹੋਵਾ ਦੇ ਵਚਨ ਤੇ। ਜਿਹੜਾ ਯਹੋਵਾ ਆ ਉਹ ਹਮੇਸ਼ਾ ਆਮੀਨ ਆ। ਖੁਦਾਵੰਦ ਕਦੇ ਵੀ ਆਪਣੇ ਬੱਚਿਆਂ ਨੂੰ ਤਿਆਗਦਾ ਨਹੀਂ ਹੈ। ਵਿਸ਼ਵਾਸ ਕਰੋ ਖੁਦਾ ਦਾ ਹੱਥ ਤੁਹਾਨੂੰ ਛੂਹਣ ਜਾ ਰਿਹਾ ਆ ਤੁਹਾਡੀ ਤਕਲੀਫਾਂ ਨੂੰ। ਜੇ ਤੁਸੀਂ ਕਰਜ਼ੇ ਥੱਲੇ ਹੋ, ਤੁਹਾਡਾ ਕਰਜ਼ਾ ਖਤਮ ਹੋਣ ਜਾ ਰਿਹਾ। ਜੇ ਤੁਸੀਂ ਕਿਸੇ ਮੁਸੀਬਤ ਵਿੱਚੋਂ, ਤੁਹਾਡੀ ਮੁਸੀਬਤ ਖਤਮ ਹੋਣ ਦੀ। ਜੇ ਤੁਹਾਡੇ ਕੋਲ ਘਰ ਨਹੀਂ ਆ, ਖੁਦਾ ਤੁਹਾਨੂੰ ਨਵਾਂ ਘਰ ਦੇ ਜਾ ਰਿਹਾ ਆ। ਤੁਹਾਨੂੰ ਨਵਾਂ ਘਰ ਮਿਲੇਗਾ। ਤੁਸੀਂ ਉਸ ਕਿਰਾਏ ਦੇ ਮਕਾਨ ਤੋਂ ਬਾਹਰ ਆਓਗੇ, ਤੁਸੀਂ ਉਸ ਤਕਲੀਫਾਂ ਵਿੱਚੋਂ ਬਾਹਰ ਆਓਗੇ। ਜੇ ਤੁਹਾਡੇ ਬੱਚਿਆਂ ਕੋਲ ਖਾਣ ਲਈ ਕੁਝ ਨਹੀਂ ਆ, ਖੁਦਾਵੰਦ ਤੁਹਾਨੂੰ ਉਹ ਖਾਣਾ ਦੇਵੇਗਾ ਜਿਹੜਾ ਖਾਣਾ ਸਵਰਗ ਵਿੱਚੋਂ ਉਤਰਦਾ ਆ। ਤੁਸੀਂ ਕੀ ਕਰਨਾ? ਤੁਸੀਂ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕਰੋ। ਸਾਰੀਆਂ ਬਿਮਾਰੀਆਂ ਨੂੰ ਮੈਂ ਯਿਸੂ ਮਸੀਹ ਦੇ ਨਾਮ ਵਿੱਚ ਡਾਂਟਦਾ ਆ। ਸਿਰਫ ਵਿਸ਼ਵਾਸ ਕਰੋ, ਖੁਦਾਵੰਦ ਤੁਹਾਡੇ ਘਰ ਦੇ ਹਾਲਾਤਾਂ ਨੂੰ ਬਦਲ ਦੇਵੇਗਾ। ਜਿੰਨੇ ਲੋਕ ਮੈਨੂੰ YouTube ਤੇ, ਫੇਸਬੁੱਕ ਤੇ ਵੇਖ ਰਹੇ ਨੇ, ਤੁਸੀਂ ਵਿਸ਼ਵਾਸ ਕਰੋ ਤੁਹਾਡੇ ਹਾਲਾਤ ਬਦਲ ਜਾਣਗੇ। ਤੁਸੀਂ ਵਿਸ਼ਵਾਸ ਕਰੋ। ਮੇਰੇ ਹੱਥ ਵੱਲ ਦੇਖੋ, ਇਸ ਹੱਥ ਵਿੱਚੋਂ ਇੱਕ ਲਾਈਟ ਨਿਕਲੇਗੀ, ਇੱਕ ਰੋਸ਼ਨੀ ਨਿਕਲੇਗੀ ਜੋ ਤੁਹਾਡੇ ਘਰ ਦੇ ਹਾਲਾਤਾਂ ਨੂੰ ਬਦਲ ਦੇਵੇਗੀ। ਇੱਕ ਸਾਮਰਥ ਨਿਕਲੇਗੀ ਮੇਰੇ ਹੱਥ ਵਿੱਚੋਂ, ਤੁਹਾਡੀ ਬਿਮਾਰੀਆਂ ਖਤਮ ਹੋ ਜਾਣਗੀਆਂ। ਤੁਸੀਂ ਜਾਣ ਜਾਓਗੇ ਵੀ ਖੁਦਾ ਯੁਗਾਂ ਦੇ ਯੁਗ ਜਿਉਂਦਾ ਹੈ। ਉਹ ਕੱਲ, ਅੱਜ ਅਤੇ ਯੁਗਾਂ ਦੇ ਯੁਗ ਜਿਉਂਦਾ ਹੈ ਤੇ ਇੱਕੋ ਜਿਹਾ ਜੋ ਕੱਲ ਬਰਕਤਾਂ ਦਿੰਦਾ ਸੀ, ਚੰਗਿਆਈਆਂ ਦਿੰਦਾ ਸੀ ਤੇ ਅੱਜ ਵੀ ਦਿੰਦਾ ਆ। ਜੇ ਤੁਹਾਡੇ ਪੈਰ ਦੇ ਵਿੱਚ ਪ੍ਰੋਬਲਮ ਆ, ਤੁਹਾਡੇ ਪੈਰ ਦੀ ਪ੍ਰੋਬਲਮ, ਤੁਹਾਡਾ ਲੰਗੜਾਪਨ ਖਤਮ ਹੋ ਰਿਹਾ, ਵਿਸ਼ਵਾਸ ਕਰੋ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। ਆਓ ਪ੍ਰਾਰਥਨਾ ਕਰਦੇ ਹਾਂ ਆਖਰੀ ਵਚਨ ਦੇ ਲਈ। ਹਾਲੇਲੂਇਆ। ਧੰਨਵਾਦ ਕਰਦਾ ਪਿਆਰੇ ਪ੍ਰਭੂ ਯਿਸੂ ਮਸੀਹ, ਮੈਂ ਤੇਰੇ ਨਾਮ ਦੀ ਮਹਿਮਾ ਕਰਦਾ ਖੁਦਾ ਬਾਪ। ਪ੍ਰਭੂ ਯਿਸੂ ਮਸੀਹ, ਇੱਥੇ ਉਹ ਖਾਣਾ ਦਿੱਤਾ ਜਾਂਦਾ ਹੈ ਪ੍ਰਭੂ ਯਿਸੂ ਮਸੀਹ ਜੋ ਕਾਬਾ ਦਾ ਖਾਣਾ ਹੈ ਪ੍ਰਭੂ ਯਿਸੂ ਮਸੀਹ। ਇੱਥੇ ਚੂਚਿਆਂ ਦਾ ਖਾਣਾ ਨਹੀਂ ਦਿੱਤਾ ਜਾਂਦਾ ਮੇਰੇ ਮਹਾਨ ਪਿਤਾ। ਮੇਰੇ ਮਹਾਨ ਪਿਤਾ, ਇੱਥੇ ਉਹ ਖਾਣਾ ਦਿੱਤਾ ਜਾਂਦਾ ਹੈ ਪ੍ਰਭੂ ਜੀ ਜੋ ਤੇਰੇ ਵੱਲੋਂ ਸਿੱਟਿਆ ਗਿਆ ਹੈ ਪ੍ਰਭੂ ਜੀ। ਮੇਰੇ ਮਹਾਨ ਪਿਤਾ, ਤੇਰੇ ਵੱਲੋਂ ਸਿੱਟਿਆ ਗਿਆ ਖਾਣਾ ਪ੍ਰਭੂ ਯਿਸੂ ਮਸੀਹ ਤੇਰੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਮੇਰੇ ਮਹਾਨ ਪਿਤਾ। ਜਿਹੜਾ ਮੰਨਾ ਤੋਂ ਇਜ਼ਰਾਈਲੀਆਂ ਉੱਤੇ ਪ੍ਰਭੂ ਯਿਸੂ ਮਸੀਹ ਸਿੱਟਿਆ ਸੀ ਤੇ ਮੇਰੇ ਮਹਾਨ ਪਿਤਾ ਇਜ਼ਰਾਈਲੀ ਖਾ ਕੇ ਇਸ ਨੂੰ ਤ੍ਰਿਪਤ ਹੁੰਦੇ ਸੀ ਪ੍ਰਭੂ ਜੀ, ਉਹ ਖਾਣਾ ਪ੍ਰਭੂ ਯਿਸੂ ਮਸੀਹ ਤੋਂ ਆਪਣੇ ਲੋਕਾਂ ਨੂੰ ਦੇ ਰਿਹਾ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ। ਤੂੰ ਮੇਰੇ ਵੀ ਜੀਵਨ ਨੂੰ ਬਦਲਿਆ, ਮੈਨੂੰ ਵੀ ਨਮੂਨਾ ਬਣਾਇਆ ਪ੍ਰਭੂ ਯਿਸੂ ਮਸੀਹ। ਤੇ ਮੈਂ ਚਾਹੁੰਦਾ ਹਾਂ ਪ੍ਰਭੂ ਯਿਸੂ ਮਸੀਹ, ਜੇ ਮੈਂ ਨਮੂਨਾ ਬਣਿਆ ਪ੍ਰਭੂ ਜੀ, ਇਸ ਕਲੀਸਿਆ ਦੇ ਲੋਕ ਵੀ ਨਮੂਨਾ ਬਣ ਪ੍ਰਭੂ ਜੀ। ਕਿਉਂਕਿ ਖੁਦਾਵੰਦ ਤੇਰਾ ਵਚਨ ਦੱਸਦਾ ਹੈ ਸੰਸਾਰ ਵਿੱਚ ਪ੍ਰਭੂ ਜੀ ਵਿਸ਼ਵਾਸੀ ਲੋਕ ਬਹੁਤ ਜ਼ਿਆਦਾ ਨੇ, ਮਸੀਹ ਨੂੰ ਮੰਨਣ ਵਾਲੇ ਬਹੁਤ ਜ਼ਿਆਦਾ, ਲੇਕਿਨ ਨਮੂਨੇ ਬਹੁਤ ਘੱਟ ਨੇ ਪ੍ਰਭੂ ਜੀ। ਮੈਂ ਚਾਹੁੰਦਾ ਹਾਂ ਪ੍ਰਭੂ ਜੀ ਇਸ ਥਾਂ ਦੇ ਲੋਕ ਪ੍ਰਭੂ ਜੀ, ਇਸ ਚਰਚ ਵਿੱਚ ਆਉਣ ਵਾਲੇ ਲੋਕ ਪ੍ਰਭੂ ਜੀ ਨਮੂਨਾ ਬਣ ਪ੍ਰਭੂ ਯਿਸੂ ਮਸੀਹ।
ਵਿਸ਼ਵਾਸੀ ਤਾਂ ਹੈ ਆ ਪ੍ਰਭੂ ਜੀ, ਲੇਕਿਨ ਨਾਲ ਨਮੂਨਾ ਵੀ ਮੰਨ ਪ੍ਰਭੂ ਯਿਸੂ ਮਸੀਹ, ਤਾਂ ਕਿ ਲੋਕਾਂ ਸਾਹਮਣੇ ਉਹਨਾਂ ਦੀ ਮਿਸਾਲਾਂ ਦਿੱਤੀਆਂ ਜਾਣ। ਖੁਦਾਵੰਦਾ ਤੂੰ ਦਇਆ ਕਰ, ਕਿਰਪਾ ਕਰ ਮੇਰੇ ਮਹਾਨ ਪਿਤਾ। ਅਸੀਂ ਪ੍ਰਭੂ ਜੀ ਉਹ ਕੰਮ ਕਰੀਏ ਮੇਰੇ ਮਹਾਨ ਪਿਤਾ, ਤੇਰੇ ਵਚਨ ਦੇ ਅਨੁਸਾਰ ਇਸ ਤਰ੍ਹਾਂ ਜੀਵਨ ਬਤੀਤ ਕਰੀਏ ਪ੍ਰਭੂ ਜੀ, ਜਿਸ ਤਰ੍ਹਾਂ ਮਹਾਨ ਪਿਤਾ ਯੂਸਫ ਨੇ ਖੁਦਾਵੰਦ ਯੂਸਫ ਨੇ ਪ੍ਰਭੂ ਜੀ ਆਪਣਾ ਜੀਵਨ ਬਤੀਤ ਕੀਤਾ ਸੀ ਪ੍ਰਭੂ ਜੀ। ਅਸੀਂ ਇਸ ਤਰ੍ਹਾਂ ਤੇਰੇ ਨਾਲ ਚੱਲਣਾ ਚਾਹੁੰਦੇ ਹਾਂ ਪ੍ਰਭੂ ਜੀ, ਜੋ ਤੇਰਾ ਵਚਨ ਕਹਿੰਦਾ ਪ੍ਰਭੂ ਜੀ। ਅਸੀਂ ਤੇਰੇ ਵਚਨ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਖੁਦਾਵੰਦਾ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਜੀ, ਇੱਕ ਇੱਕ ਜਨ ਨੂੰ ਬਲੈਸ ਕਰ। ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ, ਅੱਜ ਤੋਂ ਬਾਅਦ ਪ੍ਰਭੂ ਜੀ ਤੇਰੇ ਕਲੀਸਿਆ ਵਿੱਚ ਆਉਣ ਵਾਲੇ ਲੋਕਾਂ ਵਿੱਚ ਪ੍ਰਭੂ ਜੀ ਜੋ ਵਿਸ਼ਵਾਸ ਕਰਨਗੇ ਖੁਦਾਵੰਦ, ਤੇ ਕੋਈ ਵੀ ਬਿਮਾਰੀ ਉਹਨਾਂ ਦੇ ਅੰਦਰ ਨਹੀਂ ਰਹੇਗੀ ਖੁਦਾਵੰਦ, ਕਿਉਂਕਿ ਮੇਰੇ ਮਹਾਨ ਪਿਤਾ ਬਿਮਾਰੀਆਂ ਨੂੰ ਅੱਜ ਤੋਂ 2020 ਸਾਲ ਪਹਿਲਾਂ ਖੁਦਾਵੰਦ ਜੇ ਤੈਨੂੰ ਕਲਵਰੀ ਕਰੂਸ ਤੇ ਚੜਾਇਆ ਗਿਆ, ਤੂੰ ਸਾਰੀਆਂ ਬਿਮਾਰੀਆਂ ਤੇ ਸਾਰੇ ਪਰੇਸ਼ਾਨੀਆਂ ਤੇ ਪ੍ਰਭੂ ਜੀ ਸਾਰੀਆਂ ਮੁਸ਼ਕਲਾਂ ਤੇ ਫਤਿਹ ਪਾਈ ਹੈ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਤੇਰੇ ਅੱਗੇ ਟਿਕ ਨਹੀਂ ਸਕਦੀ ਮੇਰੇ ਮਹਾਨ ਪਿਤਾ। ਮੈਂ ਸਾਰੀ ਸ਼ੈਤਾਨ ਦੀ ਸ਼ਕਤੀਆਂ ਨੂੰ, ਸਾਰੇ ਸ਼ਰਾਪਾਂ ਨੂੰ ਸ਼ਾਪਿਤ ਕਰਦਾ ਆ, ਲਲਕਾਰਦਾ ਆ ਉਹਦਾ ਸੇਵਕ ਹੋਣ ਦੇ ਨਾਤੇ। ਜਿੱਦਾਂ ਦਾਊਦ ਨੇ ਗੋਲਿਅਤ ਨੂੰ ਲਲਕਾਰਿਆ ਸੀ, ਦੁਸ਼ਟ ਸ਼ੈਤਾਨ ਮੈਂ ਤੈਨੂੰ ਲਲਕਾਰਦਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ। ਤੂੰ ਕਲੀਸਿਆ ਵਿੱਚ ਕੰਮ ਨਹੀਂ ਕਰੇਗਾ ਮੇਰੇ ਮਹਾਨ ਪਿਤਾ। ਤੂੰ ਇਹਨਾਂ ਪਵਿੱਤਰ ਲੋਕਾਂ ਦੇ ਵਿੱਚ ਬਿਮਾਰੀਆਂ ਨਹੀਂ ਲੈ ਕੇ ਆਵੇਂਗਾ, ਪਰੇਸ਼ਾਨੀਆਂ ਨਹੀਂ ਲੈ ਕੇ ਆਵੇਂਗਾ। ਮੈਂ ਤੈਨੂੰ ਸ਼ਾਪਿਤ ਕਰਦਾ ਤੇ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਦਿੰਦਾ ਤੇਰੇ ਜਿੰਦਾ ਜਲਾਲੀ ਸਾਮਰਥੀ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ।